ਤੁਹਾਡੇ ਲਈ ਤੁਹਾਡੀ ਇਮੇਜਿਨੇਸ਼ਨ 'ਚ ਉਹ ਚੀਜ਼ ਨਹੀਂ ਹੋਣੀ ਜਿਹੜੀ ਤੁਹਾਡੇ ਨਾਲ ਹੋਈ ਜਦੋਂ ਪਤਾ ਲੱਗੀ ਸੀ ਪਹਿਲੀ ਖਬਰ ਉਦੋਂ ਕਿਵੇਂ ਲੱਗਿਆ ਸੀ ਤੁਹਾਨੂੰ? ਵਿੰਗ ਵਾਲੇ ਜੇ ਮੈਨੂੰ ਆਉਂਦੇ ਨਹੀਂ ਨਾ ਮੈਂ ਪਾਉਣਾ ਚਾਹੁੰਦਾ। ਮੈਂ ਨਾ ਮੁੱਖ ਮੰਤਰੀ ਦਾ ਉਮੀਦਵਾਰ ਸੀ, ਮੈਂ ਜਿਹਾ ਜਿਹਾ ਹੈ ਜਿਹੇ ਜਿਹੇ ਪੰਜਾਬ ਦੇ ਲੋਕ ਹੈ ਮੈਂ ਉਹ ਜਿਹਾ। ਜੇ ਮੈਂ ਪੁੱਛਾਂ ਹੁਣ ਤੁਸੀਂ ਸੀਐਮ ਬਣ ਗਏ, ਤੁਹਾਡੇ ਕੋਲ ਕੀ ਵਿਜ਼ਨ ਹੈ ਇਸ ਗੱਲ ਨੂੰ ਲੈ ਕੇ ਜਾਂ ਤੁਸੀਂ ਕੀ ਕਰ ਰਹੇ ਹੋ? ਆਟਾ ਦਾਲ ਦੇਣ ਨਾਲ ਕਿਸੇ ਦੇ ਨੇ ਤਕੜਾ ਨਹੀਂ ਹੋ ਜਾਣਾ, ਸਗੋਂ ਖਰਾਬ ਹੋ ਜਾਣਾ। ਬਹੁਤ ਸਾਰੇ ਮਾਫੀਆਜ਼ ਦੀ ਤੁਸੀਂ ਗੱਲ ਕਰਦੇ ਸੀ, ਕੈਪਟਨ ਦੇ ਉੱਤੇ ਇਲਜ਼ਾਮ ਇਹ ਲੱਗਿਆ ਕਿ ਕੈਪਟਨ ਤੇ ਰਲੇ ਹੋਏ ਨੇ, ਕੈਪਟਨ ਤਾਂ ਕੁਝ ਕਰ ਨਹੀਂ ਰਹੇ। ਸੀਐਮ ਚੰਨੀ ਕੀ ਕਰ ਰਹੇ ਨੇ? ਜੇ ਨੀਤ ਸਾਫ਼ ਹੈ, ਜੇ ਤੁਹਾਡੀ ਵਿਲ ਪਾਵਰ ਹੈ ਤਾਂ ਤੁਸੀਂ ਅੱਛਾ ਮਾਡਲ ਦਿਓਗੇ, ਨਹੀਂ ਤਾਂ 22 ਰੁਪਏ ਰੇਤਾ ਵਿਕੇ ਰਿਹਾ, 5.5 ਰੁਪਏ ਪਰ ਕੌਣ ਕਰਦਾ ਹੈ। ਮੈਨੂੰ ਮੇਰੇ ਬੰਦਿਆਂ ਨੇ ਵੀ ਕਿਹਾ ਕਿ ਨਾ ਪੰਗਾ ਲੈ। ਤੁਹਾਡੇ ਵਿਰੋਧੀ ਕਹਿੰਦੇ ਪਾਪੂਲਿਜ਼ਮ ਆ। ਚੰਗਾ ਕਹਿ ਦੇਣ, ਮੈਨੂੰ ਤਾਂ ਕੋਈ ਡਰ ਨਹੀਂ ਉਹਨਾਂ ਦਾ, ਲੇਕਿਨ ਮੇਰੇ ਲੋਕਾਂ ਨੂੰ, ਮੇਰੇ ਪੰਜਾਬ ਦੇ ਲੋਕਾਂ ਨੂੰ ਤਾਂ ਚੱਜ ਦੀ ਨੀਂਦ ਆਉਣ ਲੱਗ ਗਈ ਨਾ। ਪਹਿਲਾਂ ਇਹ ਕਹਿੰਦੇ ਸੀ ਇਹਨੇ ਕੀ ਕਰਨਾ, ਹੁਣ ਇਹ ਸੋਚਦੇ ਆ ਇਹਦਾ ਕੀ ਕਰੀਏ। ਜਿਹੜੇ ਕਹਿੰਦੇ ਇਹਦਾ ਕੀ ਕਰੀਏ ਉਹ ਵਿਦਨ ਪਾਰਟੀ ਵੀ ਨੇਗੇ। ਮੈਂ ਕੀ ਕਰਨੇ, ਮੇਰੀ ਤਾਂ ਆਹੀ ਕੰਬਲੀ ਹੈ, ਆਪਣੀ ਕੰਬਲੀ ਲੈ ਕੇ ਜਿੱਥੇ ਜਦ ਕਹੋਗੇ ਤੁਰਦਾ ਘਰ ਨੂੰ ਆਪਣੇ ਨੂੰ, ਕੋਈ ਬਹੁਤਾ ਚੌ ਨਹੀਂ ਹੈ ਉਹਦਿਆਂ ਦਾ। ਮੇਰੇ ਪਤਾ ਇੱਕ ਸਿਆੜ ਜ਼ਮੀਨ ਨਹੀਂ ਹੈ, ਜਿੰਨੇ ਸਿਆੜ ਹੈਗੇ ਸੀ ਮੈਂ ਔਖੇ ਸੌਖੇ ਕਮਾਏ ਸੀ ਪ੍ਰੋਪਰਟੀ ਦਾ ਕੰਮ ਕਰਕੇ, ਉਹ ਸਾਰੇ ਇਲੈਕਸ਼ਨਾਂ 'ਚ ਵੇਚਤੇ। ਹੁਣ ਵੀ ਕੋਈ ਨਹੀਂ ਬਣਾਉਣਾ। ਤੁਸੀਂ ਅੱਜ ਮੈਨੂੰ ਮੰਜਿਆਂ 'ਤੇ ਬਿਠਾਇਆ, ਮੈਨੂੰ ਤਾਂ ਚੰਗਾ ਲੱਗਦਾ ਬੈਠਣਾ, ਕਿਉਂਕਿ ਸਾਨੂੰ ਸੌਖ ਹੁੰਦੀ ਮੰਜੇ 'ਤੇ ਬੈਠਣ ਦੀ। ਲੇਕਿਨ ਜੇ ਤੁਸੀਂ ਮੇਰੇ 'ਤੇ ਮੰਜਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਜਾ ਕੋਈ। ਬੁਣਦੇ ਰਹੇ ਹੋ ਲੈ ਮੈਂ ਨੌਕੜੀਆ ਚੌਕੜੀਆ ਜਿਹੜਾ ਮਰਜ਼ੀ ਮੰਜਾ ਬਣਾ ਲਓ, ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਹੈ, ਕਿਵੇਂ ਮੰਜਾ ਬੁਣੀਦਾ। ਨਾਗਵਲ ਮੈਨੂੰ ਪਾਉਣਾ ਆਉਂਦਾ ਹੈ, ਕਿਉਂਕਿ ਮੇਰੇ ਬਾਪ ਦਾ ਟੈਂਟ ਸਟੋਰ ਸੀ। ਇਸੇ ਕਰਕੇ ਤੁਸੀਂ ਸਿਆਸੀ ਨਾਗਵਲ ਮੈਂ ਨਾਗਵਲ ਪਾਉਣਾ ਜਾਣਦਾ ਨਾ। ਜਿਹਨੂੰ ਤਾਣਾ ਤੜਨਾ ਆਉਂਦਾ ਔਰ ਸਿੱਧਾ ਕਰਨਾ ਆਉਂਦਾ, ਉਹ ਪੰਜਾਬ ਦਾ ਵੀ ਤਾਣਾ ਸਿੱਧਾ ਕਰ ਦੇਗਾ ਔਰ ਕਰਾਂਗਾ। ਕੁਰਸੀ ਵੀ ਬਹੁਤ ਕੁਝ ਸਿਖਾਉਂਦੀ ਹੈ, ਇਹ ਤਾਂ ਐਵੇਂ ਬੇਵਕੂਫ ਬਣਾਈ ਜਾਂਦੇ ਤੁਹਾਡੇ ਲੋਕ। ਜਿੰਨਾ ਮੈਨੂੰ ਟਾਈਮ ਮਿਲਿਆ, ਮੈਨੂੰ ਕੋਈ ਚੌ ਨਹੀਂ ਹੈ ਕਿਸੇ ਚੀਜ਼ ਦਾ, ਕਿਸੇ ਅਹੁਦੇ ਦਾ। ਮੇਰਾ ਆਹ ਘਰ ਮਿਲਿਆ ਮੈਨੂੰ ਓਪੋਜੀਸ਼ਨ ਲੀਡਰ ਦੇ ਤੌਰ ਤੇ। ਜੇ ਮੈਂ ਤੁਹਾਨੂੰ ਅੰਦਰ ਤੇ ਦਿਖਾ ਦੇਵਾਂ, ਤੁਹਾਨੂੰ ਲੱਗੇਗਾ ਇਹ ਸੀਐਮ ਦਾ ਘਰ ਹੈ। ਮੈਂ ਬਦਲਿਆ ਵੀ ਹੈ ਨਹੀਂ। ਉਹ ਨਾਲ ਦਾ ਬੜਾ ਸੀਐਮ ਦੀ ਕੋਠੀ ਹੈ, ਮੈਂ ਗਿਆ ਹੀ ਨਹੀਂ ਉੱਥੇ। ਮੈਂ ਕਿਹਾ ਮੇਰਾ ਇਹਦੇ ਨਾਲ ਸਰਦਾ, ਇੰਨੇ ਨਾਲ ਕਾਹਦੇ ਵਾਸਤੇ ਉਹ ਕਿਸੇ ਹੋਰ ਨੂੰ ਦੇ ਦਿਓ। ਨਵਜੋਤ ਸਿੰਘ ਸਿੱਧੂ ਕਾਫੀ ਕੰਫਰਟੇਬਲ ਹੋਏ ਵੀ ਨੇ ਪਿਛਲੇ ਦਿਨਾਂ 'ਚ ਤੁਹਾਡੇ ਨਾਲ, ਫਿਰ ਵੀ ਲਗਾਤਾਰ ਕਹਿ ਰਹੇ ਨੇ ਪੰਜਾਬ ਨੂੰ ਲੋਲੀਪੌਪ ਨਹੀਂ ਚਾਹੀਦੇ, ਪੰਜਾਬ ਨੂੰ ਪਾਪੂਲਿਜ਼ਮ ਨਹੀਂ ਚਾਹੀਦਾ। ਲਗਾਤਾਰ ਲਿਖ ਰਹੇ ਨੇ ਆਪਣੇ ਟਵਿੱਟਰ ਦੇ ਉੱਤੇ, ਫੇਸਬੁੱਕ ਤੇ। ਸੀਐਮ ਦੀ ਵਿਲ ਪਾਵਰ ਨਹੀਂ ਤਾਂ ਕੁਝ ਨਹੀਂ ਹੁੰਦਾ। ਮੈਂ ਬਥੇਰਾ ਜ਼ੋਰ ਲਾਉਂਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਕਰ ਦਿਓ ਬਰਗਾੜੀ ਦਾ ਮਸਲਾ ਹੱਲ, ਕਰ ਦਿਓ ਨਸ਼ਿਆਂ ਦਾ ਮਸਲਾ ਹੱਲ। ਨਹੀਂ ਕੀਤਾ ਨਾ, ਅੱਜ ਨੁਕਸਾਨ ਹੋ ਗਿਆ ਨਾ ਉਹਨਾਂ ਦਾ। ਜੇ ਅਸੀਂ ਦੇਖ ਰਹੇ ਸੀ ਟਰਾਂਸਪੋਰਟ ਦੇ ਉੱਤੇ ਤੁਸੀਂ 31 ਕੋਈ ਬੱਸਾਂ ਜ਼ਬਤ ਕੀਤੀਆਂ ਨੇ। ਰਾਜਾ ਵੜਿੰਗ ਨੂੰ ਲਾਇਆ ਹੋਇਆ, ਲੱਗੇ ਹੋਏ ਕਿ ਨਹੀਂ? ਮੈਂ ਰਾਜਾ ਵੜਿੰਗ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਆ ਬੜੇ ਬੜੇ ਸ਼ੀਸ਼ੇ ਵਾਲੀਆਂ ਥਾਣੇ ਖੜੀਆਂ ਮਿਲਣੀਆਂ ਚਾਹੀਦੀਆਂ। ਹੈਗੀਆਂ ਕਿ ਨਹੀਂ ਖੜੀਆਂ? ਅੱਜ ਇਹਨਾਂ ਨੇ ਬੰਦੇ ਮਾਰੇ ਆ ਬੱਸਾਂ ਨੇ ਪੰਜਾਬ ਦੇ। ਡਿੰਪੀ ਢਿੱਲੋਂ ਕਹਿੰਦੇ ਵੰਡੈਟਾ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ। ਵੰਡੈਟਾ ਕਿੱਥੇ ਤੇ ਯਾਰ? ਤੁਸੀਂ ਸਾਰੇ ਬੱਸਾਂ ਤੁਹਾਡੀਆਂ ਹੋਣਗੀਆਂ ਪੰਜਾਬ ਦੇ ਵਿੱਚ, ਇਹ ਕਾਹਦਾ ਵੰਡੈਟਾ ਹੈ? ਬਾਕੀ ਨੌਜਵਾਨ ਕਿੱਥੇ ਜਾਣਗੇ? ਉਹਨਾਂ ਨੂੰ ਨਹੀਂ ਦੇਣੇ ਮੈਂ ਪਰਮਿਟ, ਇਹ ਥੋੜ੍ਹਾ ਚੱਲਣ ਦੇਣਾ ਮੈਂ। ਜਿੰਨੀ ਦੇਰ ਹੈਗਾ ਕਰਾਂਗਾ, ਰੱਬ ਲੱਗਦੀਆਂ। ਬੇਅਦਬੀ ਦੇ ਮਸਲੇ ਦੀ ਕਾਫੀ ਚਰਚਾ ਹੁੰਦੀ ਰਹੀ ਹੈ, ਬੇਅਦਬੀ ਵਾਲੇ ਮਸਲੇ 'ਚ ਕੀ ਹੋਣ ਜਾ ਰਿਹਾ? ਜਿਹੜਾ ਵੀ ਹੈ, ਮੈਂ ਨਹੀਂ ਇਹ ਕਰਨਾ, ਇਹ ਗੁਰੂ ਨੇ ਕਰਾਉਣਾ ਹੈ। ਜਿਹਦੀ ਇਹਨਾਂ ਨੇ ਬੇਅਦਬੀ ਕਰੀ ਹੈ, ਮੇਰੇ ਤੇ ਕਰਾ ਦੇਵੇ ਗੁਰੂ, ਮੈਂ ਹੱਥ ਜੋੜ ਕੇ ਰੋਜ਼ ਅਰਦਾਸ ਕਰਦਾ। ਕੈਪਟਨ ਅਮਰਿੰਦਰ ਸਿੰਘ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਉਮਰ ਦਾ ਵੀ ਤਕਾਜ਼ਾ ਹੁੰਦਾ, ਹਰ ਚੀਜ਼ ਦਾ ਫਿਊਚਰ ਹੀ ਦੇਖੀ ਜਾਣਾ। ਹੁਣ ਪੰਜਾਬ ਦਾ ਵੀ ਦੇਖ ਲਓ, ਕੁਛ ਨਹੀਂ ਹੋਣਾ। 4.5 ਸਾਲ ਰਾਜ ਦਿੱਤਾ, ਕਰ ਲੈਂਦੇ ਜਿਹੜਾ ਕੁਝ ਕਰਨਾ ਸੀ। ਜਿਵੇਂ ਕਿਹਾ ਜਾ ਰਿਹਾ ਕੈਪਟਨ ਦੇ ਜ਼ਰੀਏ ਸਮਝੌਤਾ ਕਰਾਇਆ ਜਾ ਸਕਦਾਗਾ, ਤੁਸੀਂ ਕਿਵੇਂ ਦੇਖਦੇ? ਸਮਝੌਤਾ ਇਹਨਾਂ ਨੇ ਲੇਟ ਕਰਤਾ, ਹੋਇਆ ਵਾ ਸਮਝੌਤਾ। ਅੱਜ ਮੈਂ ਕਿਸਾਨਾਂ ਨੂੰ ਵੀ ਕਿਹਾ ਸੀ, ਯੂਨੀਅਨ ਵਾਲਿਆਂ ਨੂੰ, ਮੈਂ ਕਿਹਾ ਤੁਹਾਡਾ ਸਮਝੌਤਾ ਹੋ ਜਾਣਾ ਸੀ, ਲੇਟ ਕਰਤਾ ਉਹਨਾਂ ਨੇ। ਉਹ ਵੀ ਹੱਸਣ ਲੱਗ ਗਏ, ਉਹਨੂੰ ਵੀ ਸਮਝਦੇ ਸਾਰੀ ਕੁਝ। ਇੱਦਾਂ ਯਾਰ ਲੋਕ ਸਾਡੇ ਪੰਜਾਬ ਦੇ ਕਿਆ ਬੇਵਕੂਫ ਹੈ। ਚੈਲੰਜ ਦੇ ਤੌਰ ਤੇ ਤੁਸੀਂ ਕੀ ਦੇਖਦੇ ਹੋ 2022 'ਚ ਕਾਂਗਰਸ ਦੀ ਲੜਾਈ ਕਿਹਦੇ ਨਾਲ ਹੈ? ਮੇਰਾ ਇਹ ਮੁਕਾਬਲਾ ਹੈ ਕਿ ਮੈਨੂੰ ਛੇਤੀ ਨੀਂਦ ਨਾ ਆਵੇ। ਕੁਛ ਤਾਂ ਮੈਨੂੰ ਇਹਨਾਂ ਦੀਆਂ ਕੁਕਰਮ ਹੈ ਜਿਹੜੇ ਬੇਅਦਬੀਆਂ ਵਰਗੇ, ਉਹ ਨਹੀਂ ਨੀਂਦ ਆਉਣ ਦਿੰਦੇ। ਫਿਲਮ ਦੇਖਦੇ ਹੋ ਕਦੇ ਟਾਈਮ ਕੱਢ ਕੇ? ਕਦੇ ਮੈਂ ਸਾਰੀਆਂ ਪੰਜਾਬੀ ਫਿਲਮਾਂ ਦੇਖੀਆਂ ਹੋਈਆਂ। 2-3 ਹਜ਼ਾਰ ਮੈਨੂੰ ਪੰਜਾਬੀ ਗਾਣਾ ਯਾਦ ਹੈ। ਮੁਹੰਮਦ ਸਦੀਕ
ਭੁੱਲ ਸਕਦਾ ਸਟੇਜ ਪਰ, ਤੇ ਮੈਂ ਨਹੀਂ ਉਹਦਾ ਗਾਣਾ ਭੁੱਲਦਾ, ਉਹਨੂੰ ਯਾਦ ਕਰਾ ਦੇਣਾ ਵੀ ਅੱਗੇ ਬੋਲ ਇਹ ਹੈ। ਸ਼ੌਕ ਰੱਖਣੇ ਚੰਗੀ ਗੱਲ ਹੈ, ਮਿਊਜ਼ਿਕ ਦੇ ਨਾਲ ਹੀ ਪਿਆਰ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਬਾਰੇ ਕੀ ਸੋਚਦੇ ਹੋ? ਮੇਰੇ ਕਿਸਾਨਾਂ ਨੂੰ ਮਾਰਿਆ ਪਿਆ, ਤੁਸੀਂ ਕਹਿੰਦੇ ਹੋ ਕਿਆ ਸੋਚਦੇ ਹੋ? ਕੇਜਰੀਵਾਲ, ਡਰਾਮੇਬਾਜ਼ੀ ਨਹੀਂ ਨਾ ਹੋਣੀ ਚਾਹੀਦੀ, ਅਸਲੀਅਤ ਹੀ ਰਹਿਣੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅੱਛਾ ਲੀਡਰ ਹੈ, ਉਹਨੇ ਵੀ ਬਥੇਰੇ ਸੰਘਰਸ਼ ਕੀਤੇ ਹੈ, ਲੇਕਿਨ ਪੁੱਤਰ ਮੋਹ 'ਚ ਮਾਰਿਆ ਗਿਆ। ਨਵਜੋਤ ਸਿੰਘ ਸਿੱਧੂ, ਨਵਜੋਤ ਸਿੰਘ ਸਿੱਧੂ ਕਿੱਡਾ ਬੜਾ ਕ੍ਰਿਕਟਰ ਹੈ, ਸਿੱਕੇ ਪਰ ਸਿੱਕੇ ਮਾਰੇ ਹੈ। ਮੱਧਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਰਾਜਨੀਤੀ ਵੱਖ-ਵੱਖ ਤਰੀਕਿਆਂ ਨਾਲ ਅੱਗੇ ਵਧਦੀ ਰਹੀ ਹੈ। 1932 ਜਦੋਂ ਪੂਨਾ ਪੈਕਟ ਤੋਂ ਪਹਿਲਾਂ ਮਹਾਤਮਾ ਗਾਂਧੀ ਅੰਬੇਦਕਰ ਖਿਲਾਫ ਭੁੱਖ ਹੜਤਾਲ ਤੇ ਬੈਠੇ ਸੀ, ਰਾਜਨੀਤੀ ਉਦੋਂ ਵੀ ਅੱਗੇ ਵਧੀ। ਰਾਜਨੀਤੀ ਉਦੋਂ ਵੀ ਅੱਗੇ ਵਧੀ ਜੋ ਡਾਕਟਰ ਅੰਬੇਦਕਰ ਨਾਗਪੁਰ 'ਚ 1956 'ਚ ਧਰਮ ਪਰਿਵਰਤਨ ਕਰਦੇ ਨੇ। ਰਾਜਨੀਤੀ ਮੰਡਲ ਤੇ ਕਮੰਡਲ ਨਾਲ ਵੀ ਅੱਗੇ ਵਧੀ। ਰਾਜਨੀਤੀ ਸਾਹਿਬ ਕਾਂਸੀ ਰਾਮ ਨਾਲ ਵੀ ਅੱਗੇ ਵਧੀ। ਪੰਜਾਬ ਦੀ ਰਾਜਨੀਤੀ ਇੱਕ ਵੱਖਰੇ ਤਰੀਕੇ ਨਾਲ ਅੱਗੇ ਵਧੀ। ਉਹ ਚਿਹਰਾ ਸੀ CM ਚੰਨੀ। ਸਾਡੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਹੈ CM ਸਾਹਿਬ। ਸਤਿ ਸ੍ਰੀ ਅਕਾਲ ਜੀ, ਸਾਰੇ ਤੁਹਾਡੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜਾ ਧੰਨਵਾਦ, ਤੁਸੀਂ ਅੱਛਾ ਬੋਲਦੇ ਹੋ ਯਾਰ, ਬੋਲੋ। ਸਭ ਤੋਂ ਪਹਿਲਾ ਸਵਾਲ ਇਹੀ, ਮੈਂ ਰਾਜਨੀਤੀ ਦੇ ਰੈਫਰੈਂਸ ਦਿੱਤੇ ਨੇ, ਤੁਹਾਡੇ ਲਈ ਤੁਹਾਡੀ ਇਮੈਜੀਨੇਸ਼ਨ 'ਚ ਉਹ ਚੀਜ਼ ਨਹੀਂ ਹੋਣੀ ਜਿਹੜੀ ਤੁਹਾਡੇ ਨਾਲ ਹੋਈ। ਕੀ ਲੱਗਦਾ ਗਾ ਇਹਦੇ ਵਿੱਚ ਕਾਂਗਰਸ ਵੀ ਹੈ, ਇਹ ਦੇਸ਼ ਦਾ ਸੰਵਿਧਾਨ ਵੀ ਹੈ, ਇਹ ਦੇਸ਼ ਆ ਜਿਹੜਾ ਹਮੇਸ਼ਾ ਕਹਿੰਦਾ ਰਿਹਾ ਕਿ ਸਮਾਵੇਸ਼ੀ, ਸਭ ਨੂੰ ਨਾਲ ਲੈ ਕੇ ਚੱਲੋ। ਗੁਰੂ ਸਾਹਿਬ ਦਾ ਪੂਰਾ ਫਲਸਫਾ ਇਸ ਦੇ ਉੱਤੇ ਖੜਾ ਸੀ। ਦੇਖੋ, ਰਾਜਨੀਤੀ ਕਿਆ ਕਹਿੰਦੀ ਹੈ ਜਾਂ ਤੁਸੀਂ ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ ਉਹਨਾਂ ਤੋਂ ਕਿਆ ਭਾਵ ਹੈ ਜਾਂ ਸਮਾਂ ਕਿਸ ਤਰ੍ਹਾਂ ਚੱਲਦਾ ਹੈ, ਉਹ ਤਾਂ ਮੈਂ ਜਾਣਦਾ ਨਹੀਂ, ਲੇਕਿਨ ਮੈਂ ਜਿਹਾ ਜਿਹਾ ਹੈ ਮੈਂ ਉਸੇ ਤਰੀਕੇ ਨਾਲ ਚੱਲ ਰਿਹਾ। ਮੈਂ ਕੋਈ ਆਪਣੇ ਆਪ 'ਚ ਨਵੀਂ ਚੀਜ਼ ਨਹੀਂ ਲੈ ਕੇ ਆਇਆ। ਇਹ ਅਸਲੀ ਪੰਜਾਬ ਦੀ, ਹਿੰਦੁਸਤਾਨ ਦੀ ਅਸਲੀ ਜਿਹੜੀ ਪਿਕਚਰ ਹੈ, ਮੈਂ ਉਹਦੇ ਨਾਲ ਚੱਲ ਰਿਹਾ। ਮੈਂ ਕੋਈ ਨਵੀਆਂ ਪਿਕਚਰਾਂ ਨਹੀਂ ਬਣਾ ਰਿਹਾ, ਮੈਂ ਕੋਈ ਨਵੀਂ ਲੇਖ ਨਹੀਂ ਲਿਖ ਰਿਹਾ। ਮੈਂ ਜਿਹਾ ਜਿਹਾ ਹੈ, ਜਿਹੇ ਜਿਹੇ ਪੰਜਾਬ ਦੇ ਲੋਕ ਹੈ, ਮੈਂ ਉਹ ਜਿਹਾ ਹੈ। ਮੈਂ ਆਪਣੇ ਆਪ ਨੂੰ ਕੋਈ ਬਦਲਣਾ ਵੀ ਨਹੀਂ ਚਾਹੁੰਦਾ। ਮੈਂ ਇੱਦਾਂ ਵੀ ਨਹੀਂ ਕਰਨਾ ਚਾਹੁੰਦਾ ਕਿ ਜੀ ਮੁੱਖ ਮੰਤਰੀ ਬਣ ਗਿਆ ਤਾਂ ਮੈਂ ਪਤਾ ਨਹੀਂ ਕਿਆ ਬਣ ਗਿਆ। ਨਾ ਮੈਂ ਇਹ ਕਰਦਾ ਕਿ ਜੋ ਮੈਂ ਪਹਿਲਾਂ ਹੈ ਮੈਂ ਉਸੇ ਤਰ੍ਹਾਂ ਚੱਲ ਰਿਹਾ। ਜਿਹੋ ਜਿਹੇ ਪੰਜਾਬ ਦੇ ਲੋਕ ਹੈ ਮੈਂ ਉਹ ਜਿਹਾ ਹੈ ਅਤੇ ਉਹ ਜਿਹਾ 'ਚ ਰਹਿਣਾ ਚਾਹੁੰਦਾ। ਤੁਹਾਨੂੰ ਕੀ ਲੱਗਦਾ ਗਾ ਕਿ ਜਿਵੇਂ ਮੈਂ ਕਹਿੰਦਾ ਕਿ ਜਿੱਥੋਂ ਰਾਜਨੀਤੀ, ਭਾਰਤ ਦੇ ਅੰਦਰ ਬਹੁਤ ਸਾਰੀ ਰਾਜਨੀਤੀ ਦਾ ਇਤਿਹਾਸ ਹੈ ਜਿਹੜਾ ਆਧੁਨਿਕ ਕਾਲ ਦਾ, ਅਤੇ ਮੈਂ ਜ਼ਿਕਰ ਕੀਤਾ ਸਾਰੇ ਦਾ, ਮੱਧਕਾਲ ਦੇ ਅੰਦਰ ਵੀ ਗੁਰੂ ਸਾਹਿਬ ਦਾ ਦੌਰ ਵੀ ਆਪਾਂ ਯਾਦ ਕਰ ਰਹੇ ਹਾਂਗੇ। ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਰਾਜਨੀਤੀ 'ਚ ਆਏ ਸੀ, ਜਾਂ ਤੁਸੀਂ ਪੜ੍ਹਦੇ ਵੀ ਹੋ, PhD ਵੀ ਕਰ ਰਹੇ ਹੋਗੇ, ਜਦੋਂ ਤੁਸੀਂ ਇਤਿਹਾਸ ਨੂੰ ਚੱਕ ਕੇ ਦੇਖਦੇ ਸੀ, ਅਤੇ ਜਦੋਂ ਤੁਹਾਡੇ ਵਾਲੀ ਘਟਨਾ ਵਾਪਰੀ, ਇਹ ਵੀ ਇਤਿਹਾਸ ਦੀ ਇੱਕ ਪੰਜਾਬ 'ਚ ਨਵੀਂ ਘਟਨਾ ਸੀਗੀ, ਜਦੋਂ ਪਤਾ ਲੱਗੀ ਸੀ ਪਹਿਲੀ ਖਬਰ, ਉਦੋਂ ਕਿਵੇਂ ਲੱਗਿਆ ਸੀ ਤੁਹਾਨੂੰ? ਪਤਾ ਕਿਆ, ਮੈਨੂੰ ਕਈ ਵਾਰ ਲੋਕ ਰਾਜਨੀਤੀ ਦੀ ਗੱਲ ਕਰਦੇ, ਰਾਜਨੀਤਿਕ ਵੀ ਕਹਿੰਦੇ ਹੈ, ਲੇਕਿਨ ਮੈਂ ਕਦੇ ਆਪਣੇ ਆਪ ਨੂੰ ਰਾਜਨੀਤਿਕ ਸਮਝਿਆ ਨਹੀਂ ਹੈ। ਮੈਂ ਇੱਕ ਆਪਣੇ ਆਪ ਨੂੰ ਹਮੇਸ਼ਾ ਸੋਸ਼ਲ ਵਰਕਰ ਦੇ ਤੌਰ 'ਤੇ ਵਿਚਰਦਾ ਰਿਹਾ, ਲੋਕਾਂ ਦਾ ਨੁਮਾਇੰਦਾ ਦੇ ਤੌਰ 'ਤੇ ਵਿਚਰਦਾ ਰਿਹਾ ਅਤੇ ਲੋਕਾਂ ਦੀ ਗੱਲ ਕਰਦਾ ਹੋਇਆ ਵਿਚਰਦਾ ਰਿਹਾ। ਮੈਂ ਆਪਣੇ ਆਪ ਨੂੰ ਰਾਜਨੀਤਿਕ ਤੌਰ 'ਤੇ ਕਦੇ ਸਮਝਿਆ ਹੀ ਨਹੀਂ, ਨਾ ਅਤੇ ਨਾ ਮੈਂ ਕਦੇ। ਕਈ ਲੋਕ ਹੈ ਜੇ ਹਰ ਚੀਜ਼ ਨੂੰ ਰਾਜਨੀਤੀ ਦੇ ਸ਼ੀਸ਼ੇ ਵਿੱਚ ਦੇਖਦੇ ਹੈ। ਮੈਂ ਇਸ ਤਰ੍ਹਾਂ ਦਾ ਨਹੀਂ ਹੈ। ਮੈਂ ਇੱਕ ਸਿੱਧੀ ਜਿਹੀ ਸੋਚ ਦੇ ਨਾਲ ਇੱਕ ਸਿੱਧੀ ਜਿਹੀ ਗੱਲ ਕਰਦਾ ਅਤੇ ਸਿੱਧਾ ਜਿਹਾ ਹੀ ਰਹਿਣਾ ਚਾਹੁੰਦਾ। ਅਤੇ ਵਿੰਗ ਵਾਲੇ ਜੇ ਮੈਨੂੰ ਆਉਂਦੇ ਨਹੀਂ, ਨਾ ਮੈਂ ਪਾਉਣਾ ਚਾਹੁੰਦਾ। ਮੈਂ ਨਾ ਮੁੱਖ ਮੰਤਰੀ ਦਾ ਉਮੀਦਵਾਰ ਸੀ, ਤਾਂ ਨਾ ਮੇਰੀ ਸੋਚ ਸੀਗੀ ਕਿ ਜੀ ਮੈਂ ਕਿਸੇ ਨੂੰ ਅੱਗੇ ਕੱਟ ਕੇ ਅੱਗੇ ਮਿਲਾਂ ਜਾਂ ਕਿਆ। ਮੈਂ ਸਕੂਲ ਵਿੱਚ ਇਲੈਕਸ਼ਨ ਲੜਿਆ, ਮੈਂ ਕਾਲਜ 'ਚ ਇਲੈਕਸ਼ਨ ਲੜਿਆ, 3 ਵਾਰ ਮੈਂ MC ਬਣਿਆ, 2 ਵਾਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣਿਆ। ਆਜ਼ਾਦ ਖੜ ਗਿਆ ਤਾਂ ਲੋਕਾਂ ਨੇ ਆਜ਼ਾਦ ਜਿਤਾਤਾ। ਫਿਰ ਓਪੋਜੀਸ਼ਨ ਲੀਡਰ ਬਣ ਗਿਆ, ਅੱਜ ਮੁੱਖ ਮੰਤਰੀ ਬਣਾਇਆ ਹੈ ਲੋਕਾਂ ਨੇ। ਲੇਕਿਨ ਮੈਂ ਅਹੁਦਿਆਂ ਦੇ ਪਿੱਛੇ ਨਹੀਂ ਹੈ। ਮੈਂ ਆਪਣੀ ਚਾਲ ਚੱਲਿਆ ਜਾ ਰਿਹਾ, ਲੋਕਾਂ ਵਾਸਤੇ ਘੁੰਮਦਾ। ਜਦ ਮੈਨੂੰ ਲੋਕਾਂ 'ਚ ਜਾਂਦਾ ਤਾਂ ਮੈਨੂੰ ਜ਼ਿਆਦਾ ਚੰਗਾ ਲੱਗਦਾ। ਮੈਂ ਇਕੱਲਾ ਬੈਠਾ ਤਾਂ ਮੈਨੂੰ ਘੱਟ ਚੰਗਾ ਲੱਗਦਾ। ਪਰਿਵਾਰ ਨੂੰ ਮੈਂ ਬਹੁਤ ਘੱਟ ਸਮਾਂ ਪਹਿਲੇ ਦਿਨ 'ਤੇ ਹੀ ਦੇ ਰਿਹਾ, ਲੇਕਿਨ ਇਹ ਹੈ ਕਿ ਪਰਿਵਾਰ ਮੇਰੀ ਹਮੇਸ਼ਾ ਮਦਦ ਕਰਦਾ ਰਿਹਾ, ਮੇਰੇ ਨਾਲ ਚੱਲਦਾ ਰਿਹਾ, ਅਤੇ ਮੈਂ ਲੋਕਾਂ ਦੇ ਨਾਲ ਚੱਲਣਾ ਚਾਹੁੰਦਾ ਅਤੇ ਲੋਕਾਂ ਦੇ ਨਾਲ ਹੀ ਚੱਲਿਆ ਆ ਰਿਹਾ, ਅਤੇ ਮੈਂ ਇਸੇ ਨੂੰ ਅੱਗੇ ਵਧਾਉਣਾ ਚਾਹੁੰਦਾ। ਡਾਕਟਰ ਅੰਬੇਦਕਰ ਇੱਕ ਬੜੀ ਇੰਪੋਰਟੈਂਟ ਗੱਲ ਕਹਿੰਦੇ ਸੀ ਕਿ ਹਰ ਜਿਹੜੀ
ਰਾਜਨੀਤਿਕ ਕ੍ਰਾਂਤੀ ਹੈ ਉਹ ਸਮਾਜਿਕ ਕ੍ਰਾਂਤੀ 'ਚੋਂ ਹੋ ਕੇ ਗੁਜ਼ਰਨੀ ਚਾਹੀਦੀ ਹੈ, ਯਾਨੀ ਸਮਾਜ ਦੀ ਸੋਸ਼ਲ ਟਰਾਂਸਫਾਰਮੇਸ਼ਨ ਹੋਣੀ ਚਾਹੀਦੀ ਹੈ। ਤੁਹਾਡਾ ਪਹਿਲੀ ਵਾਰ ਜਿਵੇਂ ਉਹ ਕਹਿੰਦੇ ਸਿੱਖਿਅਤ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ। ਤੁਸੀਂ ਬਚਪਨ ਤੋਂ ਜਵਾਨੀ ਤੱਕ ਆਉਂਦਿਆਂ ਪਹਿਲੀ ਵਾਰ ਕਦੋਂ ਡਾਕਟਰ ਅੰਬੇਦਕਰ ਨੂੰ ਪੜ੍ਹਿਆ ਸੀ? ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤਾਂ ਅੰਬੇਦਕਰ ਦੀ ਸੋਚ ਨੇ ਸਾਨੂੰ ਪੜ੍ਹਾਇਆ। ਮੇਰੇ ਫਾਦਰ ਦੀ ਸੋਚ ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋਣੀ ਹੈ। ਮੇਰੇ ਫਾਦਰ ਮੇਰੀ ਮਦਰ ਨੇ ਸਾਨੂੰ ਕੁੱਟ-ਕੁੱਟ ਕੇ ਪੜ੍ਹਾਇਆ। ਅੰਬੇਦਕਰ ਸਾਹਿਬ ਨੇ ਕਿਹਾ ਪੜ੍ਹੋ, ਜੁੜੋ, ਸੰਘਰਸ਼ ਕਰੋ। ਮੈਂ ਉਸ ਨੀਤੀ ਤੇ ਚੱਲ ਰਿਹਾ। ਮੈਂ ਕਹਿਣਾ ਕਿ ਅਸੀਂ ਆਪਣੇ ਨੂੰ ਹਰ ਕੋਈ ਆਪਣੇ ਆਪ ਨੂੰ ਠੀਕ ਕਰੇ, ਸਮਾਜ ਠੀਕ ਹੋ ਜਾਏਗਾ। ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਵੇ, ਸਮਾਜ ਠੀਕ ਹੋ ਜਾਏਗਾ। ਸਰਕਾਰ ਕਾਨੂੰਨ ਨੂੰ ਲਾਗੂ ਕਰੇ, ਲਾਗੂ ਕਰਨ ਦਾ ਲੋਕਾਂ ਤੇ ਕਾਨੂੰਨ ਦਾ ਡਰ ਵੀ ਹੋਵੇ, ਲੋਕ ਕਾਨੂੰਨ ਨੂੰ ਅਪਣਾਉਣ, ਤੇ ਇੱਕ ਸਿੱਖਿਆ ਵੀ ਹੋਵੇ ਕਿ ਡਰ ਤੋਂ ਬਿਨਾਂ ਵੀ ਅਸੀਂ ਕਾਨੂੰਨ ਦੇ ਵਿੱਚ ਡਿਸਿਪਲਿਨਡ ਹੋ ਕੇ ਰਹੀਏ ਆਪਣੇ ਸੂਬੇ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ। ਹੁਣ ਕਿਆ ਹੈ ਕਿ ਚੰਡੀਗੜ੍ਹ ਬੰਦਾ ਵੜਨ ਲੱਗਿਆ ਬੈਲਟ ਲਗਾ ਲੈਂਦਾ, ਪਹਿਲਾਂ ਕਿਉਂ ਨਹੀਂ ਲਗਾਉਂਦਾ? ਇਨਫੋਰਸਮੈਂਟ ਆਫ ਲਾਅ ਹੈ। ਲੇਕਿਨ ਉਸ ਤੋਂ ਬਿਨਾਂ ਵੀ ਜੇ ਸਿੱਖਿਆ ਹੀ ਇਹੋ ਜਿਹੀ ਹੋਵੇ ਕਿ ਯਾਰ ਜੇ ਤੁਸੀਂ ਬੈਲਟ ਲਾ ਕੇ ਰੱਖੋਗੇ ਤੁਹਾਡਾ ਨੁਕਸਾਨ ਨਹੀਂ ਹੋਏਗਾ, ਕੋਈ ਐਕਸੀਡੈਂਟ ਨਹੀਂ ਹੋਏਗਾ। ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦਾ ਸੀ, ਸਾਡਾ ਟੀਚਰ ਹਰ ਰੋਜ਼ ਪ੍ਰੇਅਰ ਦੇ ਵਿੱਚ ਬੋਲਦਾ ਸੀ। ਉਦੋਂ ਉਹਨੇ ਕਿਹਾ ਸੀ ਕਿ ਜੇ ਤੁਸੀਂ ਮੂੰਗਫਲੀ ਵੀ ਖਾਣੀ ਹੈ ਤਾਂ ਬੱਸ ਦੇ ਵਿੱਚ ਉਹਦੇ ਛਿੱਲੜ ਨਾ ਗੇਰੋ, ਕਿਉਂਕਿ ਅਸੀਂ ਤਾਂ ਬੱਸਾਂ 'ਚ ਜਾਣ ਵਾਲੇ ਮੁੰਡੇ, ਤਾਂ ਉਹਨੂੰ ਲਿਫਾਫੇ ਵਿੱਚੇ ਪਾ ਲਓ। ਮੈਂ ਅੱਜ ਤੱਕ ਕਦੇ ਛਿੱਲੜ ਬਾਹਰ ਨਹੀਂ ਗੇਰਿਆ। ਉਦੋਂ ਸਕੂਲ ਦੇ ਵਿੱਚ ਸਮਝਾਇਆ ਗਿਆ ਸੀ, ਕਿਉਂਕਿ ਮੈਂ ਪਹਿਲਾਂ ਤਾਂ ਸਰਕਾਰੀ ਸਕੂਲ 'ਚ ਪੜ੍ਹਿਆ, ਉਹਦੇ ਉੱਪਰ ਗੁਰਦੁਆਰਾ ਸੀ, ਥੱਲੇ ਸਕੂਲ ਸੀ, ਅਤੇ ਬਾਅਦ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਪੜ੍ਹਿਆ, ਖਰੜ ਏਡਡ ਸਕੂਲ ਸੀਗਾ। ਉਦੋਂ ਸਮਝਾਇਆ ਗਿਆ ਸੀ ਕਿ ਨਸ਼ਾ ਨਹੀਂ ਕਰਨਾ। ਖਾਲਸਾ ਸਕੂਲ ਹੋਣ ਕਰਕੇ ਗੁਰੂ ਸਾਹਿਬ ਦੀ ਬੀੜ ਵੀ ਉਹਦੇ ਵਿੱਚ ਸੀਗੀ, ਅਦਬ ਸਿਖਾਇਆ ਗਿਆ, ਨਸ਼ੇ ਤੋਂ ਪਿੱਛੇ ਹਟ ਕੇ ਸੁਣਾਇਆ ਗਿਆ। ਗਰਾਊਂਡ ਵਿੱਚ ਗਿਆ, ਮੈਂ ਖੇਡਾਂ ਖੇਡਿਆ, ਹਰ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ, ਨਸ਼ੇ ਤੋਂ ਦੂਰ ਰਿਹਾ। ਅੱਜ ਤੱਕ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ, ਸ਼ਰਾਬ ਨਹੀਂ ਪੀਤੀ, ਕਦੇ ਕੋਈ ਹੋਰ ਨਸ਼ਾ। ਤੁਸੀਂ ਮੈਨੂੰ ਫੀਮ ਸੰਘਾ ਦੋਗੇ ਤਾਂ ਗਿਰ ਜਾਵਾਂਗਾ, ਕਿਉਂਕਿ ਕਦੇ ਦੇਖਿਆ ਹੀ ਨਹੀਂ ਹੈ ਕੰਮ। ਸੋ ਇਹ ਚੀਜ਼ਾਂ ਸਮਾਜ ਦੇ ਵਿੱਚ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਹੈ। ਇੱਕ ਚੰਗੇ ਸ਼ਿਸ਼ਟਾਚਾਰ ਦੇਣੇ, ਇੱਕ ਚੰਗੀ ਸੋਚ ਦੇਣੀ, ਡਿਸਿਪਲਿਨ ਦੇ ਵਿੱਚ ਰਹਿਣ ਦੀ ਸੋਚ ਦੇਣੀ, ਕਾਨੂੰਨ ਨੂੰ ਮੰਨਣ ਦੀ ਸੋਚ ਦੇਣੀ। ਇਹ ਬਾਹਰਲੇ ਦੇਸ਼ਾਂ 'ਚ ਹੈ, ਸਾਡੇ ਕਿਉਂ ਨਹੀਂ ਹੈ? ਸਾਨੂੰ ਲਾਗੂ ਕਰਨੀਆਂ ਪੈਣਗੀਆਂ, ਸਾਨੂੰ ਸਮਝਾਉਣੀਆਂ ਪੈਣਗੀਆਂ। ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਜਿਹੜਾ ਅਸੀਂ ਭਟਕ ਚੁੱਕੇ ਹਾਂ ਜਿਹੜੀਆਂ ਚੀਜ਼ਾਂ ਤੋਂ, ਉਹਨਾਂ ਨੂੰ ਫਿਰ ਮੁੜ ਕੇ ਉੱਥੇ ਲਿਆਉਣ ਦੀ ਲੋੜ ਹੈ। ਦੇਸ਼ ਨੂੰ ਅੱਗੇ ਵਧਾਉਣਾ ਹੈ, ਸੂਬੇ ਨੂੰ ਅੱਗੇ ਵਧਾਉਣਾ ਹੈ, ਸੁਨਹਿਰੀ ਪੰਜਾਬ ਬਣਾਉਣਾ ਹੈ। ਉਹਦੇ ਵਾਸਤੇ ਸਾਨੂੰ ਆਪਣੀਆਂ ਸੋਚਾਂ ਨੂੰ ਉੱਪਰ ਉਠਾਉਣਾ ਪਏਗਾ, ਮਿਲਵਰਤਨ ਦੇ ਨਾਲ ਰਹਿਣਾ ਪਏਗਾ, ਹਰ ਕਿਸੇ ਦੀ ਇੱਜ਼ਤ ਕਰਨੀ ਪਏਗੀ, ਛੋਟੇ ਬੜੇ ਧਰਮ ਨੂੰ ਬਰਾਬਰ ਦਾ ਹਿੱਸਾ ਦੇਣਾ ਪਏਗਾ। ਸਮਾਜ ਦੇ ਵਿੱਚ ਸਮਾਨਤਾ ਲਿਆਉਣੀ ਪਏਗੀ। ਇੱਕ ਘਰ ਦੇ ਵਿੱਚ ਸਾਰਾ ਕੁਝ ਆਈ ਜਾਂਦਾ ਹੈ, ਇੱਕ ਘਰ ਦੀਆਂ ਸਾਰੀਆਂ ਹੀ ਬੱਸਾਂ ਹੈ, ਇੱਕ ਘਰ ਦੇ ਸਾਰੇ ਹੀ ਹੋਟਲ ਹੈ, ਇੱਕ ਘਰ ਤਕੜਾ ਹੋਈ ਜਾ ਰਿਹਾ, ਇੱਕ ਘਰ ਬਿਲਕੁਲ ਗਰੀਬ ਹੋਈ ਜਾ ਰਿਹਾ, ਗਰੀਬ ਦੀ ਕੋਈ ਸੁਣਵਾਈ ਹੈ ਨਹੀਂ, ਮਿਡਲ ਕਲਾਸ ਦਾ ਮੁੰਡਾ ਦਰ ਫਿਰ ਰਿਹਾ, ਉਹਦੀ ਪੜ੍ਹਾਈ ਹੈ ਨਹੀਂ। ਇਹ ਚੀਜ਼ਾਂ ਸਮਾਨਤਾ ਲਿਆਉਣੀ ਪਏਗੀ। ਭਗਤ ਸਿੰਘ ਨੂੰ ਦੇਖਣਾ ਪਏਗਾ, ਅੰਬੇਦਕਰ ਸਾਹਿਬ ਨੂੰ ਦੇਖਣਾ ਪਏਗਾ, ਉਹਨਾਂ ਦੀ ਸੋਚ ਕਿਆ ਸੀ, ਭਗਤ ਸਿੰਘ ਦੀ ਕਿਆ ਸੋਚ ਸੀ, ਸਾਡੇ ਜਿਹੜੇ ਪੈਰੋਕਾਰ 'ਚ ਹੋਏ ਆ ਉਹਨਾਂ ਦੀ ਕਿਆ ਸੋਚ ਸੀ। ਮੈਕੈਲਵੀ ਕਿਆ ਕਹਿੰਦਾ ਹੈ, ਤੁਹਾਨੂੰ ਪੜ੍ਹਨੀ ਪਏਗੀ ਨਾ ਪੋਲੀਟੀਕਲ ਸਾਇੰਸ। ਇਕੋਨਮੀ ਨੂੰ ਕਿਸ ਤਰ੍ਹਾਂ ਸੈੱਟ ਕਰਨਾ ਹੈ, ਕਿਸ ਤਰ੍ਹਾਂ ਹਰ ਘਰ ਦੇ ਵਿੱਚ ਪੈਸੇ ਹੋਣ, ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਹਰ ਪਰਿਵਾਰ ਦਾ ਨੌਜਵਾਨ ਨੂੰ ਨੌਕਰੀ ਮਿਲੇ, ਉਹਨੂੰ ਕਾਰੋਬਾਰ ਮਿਲੇ। ਦੇਖੋ ਤੁਸੀਂ ਕਿਸੇ ਦੇ ਘਰ ਪੈਸੇ ਨਹੀਂ ਗੇਰ ਕੇ ਆ ਸਕਦੇ। ਆਟਾ ਦਾਲ ਦੇਣ ਨਾਲ ਕਿਸੇ ਦੇ ਨੇ ਤਕੜਾ ਨਹੀਂ ਹੋ ਜਾਣਾ, ਸਗੋਂ ਖਰਾਬ ਹੋ ਜਾਣਾ। ਪੜ੍ਹਾਈ ਦਿਓ ਉਹਨੂੰ ਚੰਗੇ ਨੌਕਰੀ ਦੇ ਕਾਰੋਬਾਰ ਦੇ ਵਸੀਲੇ ਦਿਓ, ਉਹਨੂੰ ਚੰਗੀ ਓਪਰਚੁਨਿਟੀਜ਼ ਦਿਓ। ਇਹ ਚੀਜ਼ਾਂ ਹੈ ਜਿਹੜੀਆਂ ਦੇਣੀਆਂ। ਮੈਂ ਇਸੇ ਗੱਲ ਦੇ ਉੱਤੇ ਆਉਣਾ ਕਿ ਐ ਕਿਉਂ ਆਗਾ, ਤੁਸੀਂ ਇਹ ਸਾਰੀ ਜਰਨੀ 'ਚੋਂ ਨਿਕਲੇ ਹੋਏ ਹੋਗੇ, ਉਹ ਸੰਘਰਸ਼ ਦੀ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਆਪਣੀ ਦੀ ਕਿ ਮੈਂ ਕਿੱਥੋਂ ਆਇਆਗਾ ਤੇ ਮੈਂ ਕਿੱਥੇ ਖੜਾਂਗਾ। ਗੁਰੂ ਸਾਹਿਬ ਵੀ ਸਭ ਕੁਝ ਕਹੀ ਗਏ। ਡਾਕਟਰ ਸਾਹਿਬ ਨੇ ਕਿਤਾਬ ਲਿਖੀ, ਡਾਕਟਰ ਅੰਬੇਦਕਰ ਨੇ, ਐਨਹੀਲੇਸ਼ਨ ਆਫ ਕਾਸਟ, ਜਾਤ ਪਾਤ ਦਾ ਖਾਤਮਾ। ਸਾਡਾ ਸਮਾਜ ਤੁਸੀਂ ਕੀ ਮੰਨਦੇ ਹੋ? ਇਨਕੁਐਲਿਟੀ ਦੇਖ ਰਹੇ ਆਪਾਂ, ਗੈਰ ਬਰਾਬਰਤਾ, ਆਰਥਿਕ ਆਧਾਰ ਦੇ ਉੱਤੇ ਵੀ, ਸਮਾਜਿਕ ਆਧਾਰ ਦੇ ਉੱਤੇ ਵੀ। ਕੀ ਅਸੀਂ ਗੁਰੂ ਸਾਹਿਬ ਨੂੰ ਕੀ ਤੁਸੀਂ ਕੀ ਕਾਰਨ ਮੰਨਦੇ ਹੋ ਦਾ ਜਿਹੜਾ ਨਾ ਖਤਮ ਹੋਣਾ? ਸਾਡੇ ਗੁਰੂਆਂ ਨੇ ਕਿਹਾ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ।
ਸਾਰਿਆਂ ਨੂੰ ਬਰਾਬਰ ਦਾ ਹਿੱਸੇ ਦਿਓ, ਸਾਰਿਆਂ ਨੂੰ ਇੱਕ ਤਰ੍ਹਾਂ ਦੇਖੋ, ਮਾਨਵ ਦੀ ਜਾਤ ਇੱਕ ਤਰ੍ਹਾਂ ਦੀ ਹੈ। ਗਰੀਬ ਹੈ ਜਿਹੜਾ, ਉਹ ਗਰੀਬ ਹੈ, ਚਾਹੇ ਉਹ ਕਿਸੇ ਕਾਸਟ ਦਾ ਹੈ, ਤੁਸੀਂ ਉਹਨੂੰ ਗਰੀਬ ਮੰਨੋ ਤੇ ਉਹਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰੋ। ਜਾਤ ਬਰਾਦਰੀਆਂ ਦੇ ਚੱਕਰ 'ਚ ਨਾ ਪਾਓ। ਤੁਸੀਂ ਸਮਾਜ ਦੇ ਵਿੱਚ ਸਮਾਜਿਕ ਬਰਾਬਰਤਾ ਲੈ ਕੇ ਆਓ। ਤੁਸੀਂ ਸਾਰਿਆਂ ਨੂੰ ਇਕੁਅਲ ਓਪਰਚੁਨਿਟੀਜ਼ ਦਿਓ। ਨੌਜਵਾਨਾਂ ਨੂੰ ਸਾਰਿਆਂ ਨੂੰ ਪਰਮਿਟ ਦਿਓ ਨਾ, ਤੁਸੀਂ ਸਾਰਿਆਂ ਨੂੰ ਨੌਕਰੀ ਦੇ ਵਸੀਲੇ ਦਿਓ। ਫਿਰ ਉੱਥੇ ਜਦ ਸਾਡਾ ਕੋਈ ਲੀਡਰ ਆ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਲੋਕਾਂ ਨੂੰ ਨੌਕਰੀ ਦਿਵਾਉਂਦਾ ਤਾਂ ਉਹ ਗਲਤ ਹੈ ਨਾ। ਜਿਹੜਾ ਮੈਰਿਟ ਤੇ ਉਹਨੂੰ ਨੌਕਰੀ ਮਿਲ ਜੇ। ਕਾਰੋਬਾਰ ਸਾਰਿਆਂ ਨੂੰ ਮੌਕੇ ਦਿਓ। ਇਸ ਕਰਕੇ ਫਿਰ ਇਹ ਹੈ, ਹੁਣ ਰੱਖਣਾ ਤਾਂ ਚਪੜਾਸੀ ਹੈ, ਪੇਪਰ ਲੈ ਰਹੇ PhD ਦਾ, ਇਹ ਕੋਈ ਤਰੀਕਾ ਯਾਰ? ਰੱਖਣਾ ਤਾਂ ਸਿਪਾਹੀ ਹੈ, ਉੱਥੇ ਪੇਪਰ ਲੈ ਕੇ ਕਹਿ ਦਿੰਦੇ ਜੀ ਸਾਰੇ ਜਣੇ ਆਓ ਪੇਪਰ ਦਿਓ। ਉੱਥੇ PhD ਵਾਲੇ ਜਾਂ ਜਿਹਨੇ MPhil ਕਰੀ ਵੀ MA ਕਰੀ ਵੀ ਉਹੀ ਬਰਾਬਰ ਆਏਗਾ ਫਸਟ। ਜਿੰਨੀ ਕੁ ਲਿਆਕਤ ਵਾਲਾ ਬੰਦਾ ਚਾਹੀਦਾ ਉੱਥੇ ਉਸ ਲਿਆਕਤ ਦੀ ਮੈਰਿਟ ਬਣਾਓ ਨਾ। ਸਿਪਾਹੀ ਚਾਹੀਦਾ, ਤੁਸੀਂ ਕੱਦ ਕਾਠ ਦੇਖੋ ਕਿੰਨਾ ਹੈ। ਤੁਸੀਂ ਜਿੰਨੀ ਕੁ ਉਹਦੇ ਵਾਸਤੇ ਪੜ੍ਹਾਈ ਚਾਹੀਦੀ ਉਹ ਕੈਟਾਗਰੀ ਨੂੰ ਫਿਰ ਨੌਕਰੀ ਨਹੀਂ ਨਾ ਮਿਲੇਗੀ। ਜਿਵੇਂ ਮੈਂ ਪੁੱਛਾਂ, ਹੁਣ ਤੁਸੀਂ CM ਬਣ ਗਏ, ਤੁਹਾਡੇ ਕੋਲ ਕੀ ਵਿਜ਼ਨ ਹੈ ਇਸ ਗੱਲ ਨੂੰ ਲੈ ਕੇ, ਜਾਂ ਤੁਸੀਂ ਕੀ ਕਰ ਰਹੇ ਹੋਗੇ ਜਿਹੜੀਆਂ ਹੁਣ ਨੌਕਰੀਆਂ ਹੋ ਰਹੀਆਂ ਮੈਂ ਆਪਣਾ ਵਿਜ਼ਨ ਦੇ ਰਿਹਾ ਨਾ ਜੀ। ਮੈਂ ਕਹਿ ਰਿਹਾ ਕਿ ਸਿਪਾਹੀ ਰੱਖਣ ਵਾਸਤੇ ਕੋਈ ਪੇਪਰ ਦੀ ਲੋੜ ਨਹੀਂ ਹੈ। ਇੱਕ ਮੈਰਿਟ ਬਣਾਓ, ਆਪਣੇ ਆਪ ਮੈਰਿਟ ਨੌਜਵਾਨ ਬਣਾ ਲੈਣ ਆਪਣੀ, ਕਿ ਮੈਂ ਕਿੱਥੇ ਖੜਾ ਹੈ, ਮੇਰੀ ਲੰਬਾਈ ਕਿੰਨੀ ਹੈ, ਮੈਂ 10ਵੀਂ 'ਚ ਕਿੰਨੇ ਨੰਬਰ ਲਏ ਹੈ ਤੇ 12ਵੀਂ 'ਚ ਕਿੰਨੇ ਨੰਬਰ ਲਏ। PhD ਦੇ ਨੰਬਰ ਸਿਪਾਹੀ ਵਾਸਤੇ ਦੇਖਣ ਦੀ ਲੋੜ ਨਹੀਂ ਹੈ। ਰੱਖਣਾ ਤਾਂ ਹੋਮਗਾਰਡ ਦਾ ਸਿਪਾਹੀ ਹੈ, ਉਹਦੀ PhD ਦੇ ਨੰਬਰ ਕਾਹਦੇ ਵਾਸਤੇ ਲਾਉਣ ਦੀ ਲੋੜ ਹੈ? ਉਹਦਾ ਪੇਪਰ ਲੈਣ ਦੀ ਕੀ ਲੋੜ ਹੈ? ਔਨ ਮੈਰਿਟ ਕੰਮ ਹੋਣੇ ਚਾਹੀਦੇ ਹੈ। ਮੇਰਾ ਵਿਜ਼ਨ ਇਹ ਹੈ ਕਿ ਕੋਈ ਸਿਫਾਰਿਸ਼ ਨਹੀਂ ਚੱਲਣੀ ਚਾਹੀਦੀ, ਕੋਈ ਪੈਸਾ ਨਹੀਂ ਚੱਲਣਾ ਚਾਹੀਦਾ। ਆਪਣੇ ਆਪ ਪੋਰਟਲ ਤੇ ਮੈਰਿਟ ਬਣ ਜਾਏਗੀ, ਜਿਹੜੇ ਉੱਪਰਲੇ ਮੁੰਡੇ ਨੂੰ ਰੱਖ ਲਓ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ 2-3 ਵੱਡੇ ਮੁੱਦੇ ਨੇ ਜਿਹੜੇ ਪੰਜਾਬ ਦੇ ਅੰਦਰ, ਬਹੁਤ ਸਾਰੇ ਮਾਫੀਆਜ਼ ਦੀ ਤੁਸੀਂ ਗੱਲ ਕਰਦੇ ਸੀ। ਕੈਪਟਨ ਅਮਰਿੰਦਰ ਸਿੰਘ ਜਦੋਂ ਸੱਤਾ 'ਚ ਆਏ ਜਾਂ ਕਾਂਗਰਸ ਪਾਰਟੀ ਕਰਦੀ ਸੀ, ਉਸ ਤੋਂ ਬਾਅਦ ਕੈਪਟਨ ਦੇ ਉੱਤੇ ਇਲਜ਼ਾਮ ਇਹ ਲੱਗਿਆ ਕਿ ਕੈਪਟਨ ਤੇ ਰਲੇ ਹੋਏ ਨੇ, ਕੈਪਟਨ ਤਾਂ ਕੁਝ ਕਰ ਨਹੀਂ ਰਹੇ। CM ਚੰਨੀ ਕੀ ਕਰ ਰਹੇ ਨੇ? ਇਹੀ ਰੇਤਾ ਦੀਆਂ ਖੱਡਾਂ ਹੈ, ਇਹਨਾਂ ਤੇ 22 ਰੁਪਏ ਵਿਕਦਾ ਸੀ, ਇਹਨਾਂ ਤੇ 5.5 ਰੁਪਏ ਵਿਕ ਰਿਹਾ। ਦੇਖ ਲਓ ਚੰਨੀ ਕੀ ਕਰ ਰਿਹਾ। ਇਹੀ ਬਿਜਲੀ ਹੈ, ਇਹੀ 3 ਰੁਪਏ ਸਸਤੀ ਵਿਕ ਰਹੀ ਹੈ। ਅੱਜ ਪੈਟਰੋਲ 10 ਰੁਪਏ ਸਸਤਾ ਵਿਕ ਰਿਹਾ। ਗਰੀਬਾਂ ਦੇ ਐਡੇ ਐਡੇ ਬਿੱਲ ਆਏ ਹੋਏ ਸੀ, 50-50 ਹਜ਼ਾਰ, 60-60, 70-70 ਹਜ਼ਾਰ ਰੁਪਇਆ ਮਾफ़ ਕਰਤੇ ਹੈ। ਗਰੀਬ ਖੁਸ਼ ਹੈ, ਮਿਡਲ ਕਲਾਸ ਦਾ ਫੈਮਿਲੀ ਦਾ ਬੰਦਾ ਖੁਸ਼ ਹੈ। ਕਿਸੇ ਇੱਕ ਬਰਾਦਰੀ ਦੇ ਨਹੀਂ ਹੋਏ, ਇੱਕ ਧਰਮ ਦੇ ਨਹੀਂ ਹੋਏ, ਸਭ ਦੇ ਕਰਾਏ ਹੋਏ। ਜਿਹਦਾ 2 ਕਿਲੋਵਾਟ ਕਨੈਕਸ਼ਨ ਹੈ ਉਹ ਮਿਡਲ ਕਲਾਸ ਤੱਕ ਦੇ ਬੰਦਿਆਂ ਦਾ ਹੀ ਹੈ। ਉਹਨਾਂ ਦੇ ਅਸੀਂ ਸਭ ਦੇ ਮਾफ़ ਕਰਤੇ, ਸ਼ਹਿਰਾਂ ਦੇ ਵੀ ਕੀਤੇ, ਪਿੰਡਾਂ ਦੇ ਵੀ ਕੀਤੇ। ਬਰਾਬਰਤਾ ਰੱਖੀ ਨਾ, ਕਿਸੇ ਨੂੰ ਇਹ ਨਹੀਂ ਕਿਹਾ ਕਿ ਤੇਰਾ ਨਹੀਂ ਮਾਫ਼, ਇਹਦਾ ਮਾਫ਼ ਹੈ। ਪਾਣੀ ਦੀਆਂ ਟੈਂਕੀਆਂ ਦੇ ਬਿੱਲ ਹੈ, ਜੇ ਪਿੰਡ ਦੀਆਂ 50 ਮੋਟਰਾਂ ਖੇਤੀ ਵਾਲੀਆਂ ਮਾਫ਼ ਹੈ ਤਾਂ ਇੱਕ ਪਾਣੀ ਜਿਹੜੀ ਉਹਨਾਂ ਹੀ ਕਿਸਾਨਾਂ ਨੂੰ ਔਰ ਉਹਨਾਂ ਹੀ ਗਰੀਬਾਂ ਨੂੰ ਪਾਣੀ ਦਿੰਦੀ ਹੈ ਉਹਦਾ ਮਾਫ਼ ਹੋ ਜਾਏਗਾ ਤਾਂ ਕਿਆ ਫ਼ਰਕ ਪੈਂਦਾ ਹੈ? ਸਾਰੀਆਂ ਪੰਚਾਇਤਾਂ ਦੇ ਕਿਸੇ ਦਾ 10, ਕਿਸੇ ਦਾ 20, ਕਿਸੇ ਦਾ 2 ਲੱਖ ਰੁਪਇਆ ਬਿੱਲ ਸੀ, ਖਤਮ ਹੋ ਗਏ। ਪਾਣੀ ਹੈ, ਤੁਸੀਂ ਪਾਣੀ ਵੀ ਇੰਨਾ ਮਹਿੰਗਾ ਦੇ ਰਹੇ ਹੋ, ਤੁਸੀਂ ਬਿਜਲੀ ਵੀ ਇੰਨੀ ਮਹਿੰਗੀ ਦੇ ਰਹੇ ਹੋ, ਤੁਸੀਂ ਪੜ੍ਹਾਈ ਵੀ ਇੰਨੀ ਮਹਿੰਗੀ ਦੇ ਰਹੇ ਹੋ, ਤਾਂ ਤੁਸੀਂ ਚਾਦਰ ਤੇ ਬਾਹਰ ਤਾਂ ਪੈਰ ਆਪੇ ਕੱਢਤੇ ਅਗਲੇ ਦੇ। ਗੁਜ਼ਾਰਾ ਕਿਵੇਂ ਚੱਲੂਗਾ? ਗੁਜ਼ਾਰਾ ਵੀ ਚੱਲੇ, ਅਗਲੇ ਦਾ ਟੈਕਸ ਵੀ ਲਓ, ਗੁਜ਼ਾਰਾ ਵੀ ਚੱਲੇ, ਆਪਣੇ ਮੁੰਡਿਆਂ ਨੂੰ ਵੀ ਪੜ੍ਹਾ ਲਵੇ, ਉਹਦੇ ਬਿਜਲੀ ਦਾ ਬਿੱਲ ਵੀ ਉਨਾ ਕੁ ਲੈ ਲਓ। ਉਨਾ ਕੁ ਲੋੜ ਪਾਓ ਨਾ ਲੋਕਾਂ ਦੇ ਜਿੰਨਾ ਉਹ ਸਹਿਣਯੋਗ ਹੈ। ਅਗਲਾ ਤਾਂ ਬਿੱਲ ਦੇ ਹੀ ਨਹੀਂ ਸਕਦਾ ਤੁਹਾਡਾ, ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਚਲਾਓਗੇ ਸਿਸਟਮ ਨੂੰ? ਸੋ ਮੈਂ ਤਾਂ ਉਹ ਕੰਮ ਕਰਦਾ ਜੋ ਮੈਂ ਆਪਣੇ ਪਿੰਡੇ ਤੇ ਹੰਡਾਏ ਹੈ, ਜੋ ਮੈਂ ਮੁਸ਼ਕਲਾਂ ਆਪਣੇ 'ਚ ਦੇਖੀਆਂ, ਆਪਣੇ ਪਰਿਵਾਰ ਦੇ ਵਿੱਚ ਦੇਖੀਆਂ, ਮੈਂ ਉਹਨਾਂ ਦਾ ਹੱਲ ਕਰ ਰਿਹਾ। ਮੈਂ ਉਹ ਮੁਸ਼ਕਲਾਂ ਹੱਲ ਕਰ ਰਿਹਾ ਜਿਹੜੀਆਂ ਇੱਕ ਲੋਕਾਂ ਦੇ ਮੁੰਡਿਆਂ ਨੂੰ ਮੁਸੀਬਤਾਂ ਸਹਿਣ ਦੀ। ਹੁਣ ਮੈਂ ਜਾਂਦਾ ਸੀ ਕਾਲਜ ਦੇ ਵਿੱਚ ਤਾਂ ਮੇਰਾ ਪਾਸ ਬਣਿਆ ਹੋਇਆ ਸੀ, ਬੱਸ ਦੇ ਵਿੱਚ ਪਾਸ ਦਿਖਾਣਾ, ਆਪਣਾ ਚਲੇ ਜਾਣਾ। ਹੁਣ ਮੁੰਡਾ ਕਾਲਜ ਜਾਂਦਾ, 20 ਰੁਪਏ ਕਿਰਾਇਆ ਲੱਗਦਾ, 25 ਰੁਪਏ ਕਿਰਾਇਆ ਲੱਗਦਾ, ਕਿੱਥੇ ਦੇ ਦਵੇ? ਮੈਂ ਹੁਣ ਪਾਸ ਬਣਾ ਰਿਹਾ ਉਹਨਾਂ ਦੇ, ਕਿਸ ਕਾਲਜ ਜਾਓ। ਵੀ ਆਰ ਏ ਵੈਲਫੇਅਰ ਸਟੇਟ। ਅਸੀਂ ਲੋਕਾਂ ਦੀ ਵੈਲਫੇਅਰ ਵਾਸਤੇ, ਲੁੱਟਣ ਵਾਸਤੇ ਥੋੜ੍ਹਾ ਹੈ ਲੋਕਾਂ ਨੂੰ। ਇੱਥੇ ਤਾਂ ਲੁੱਟ ਕੇ ਆਪਣੇ ਘਰ ਭਰੀ ਜਾਂਦੇ। ਲੋਕਾਂ ਦਾ ਕੋਈ ਸੋਚ ਹੀ ਨਹੀਂ ਰਿਹਾ। ਤੁਹਾਡੇ ਵਿਰੋਧੀ ਕਹਿੰਦੇ ਆ ਜਿਹੜੀਆਂ ਤੁਸੀਂ ਚੀਜ਼ਾਂ ਕੀਤੀਆਂ ਪਿਛਲੇ ਦੌਰ 'ਚ, ਕਾਫੀ ਲੋਕ ਤਾਂ ਉਹ ਤੋਂ ਖੁਸ਼ ਨੇ ਕਿ ਵਧੀਆ ਕਰਤਾ। ਤੁਹਾਡੇ ਵਿਰੋਧੀ ਕਹਿੰਦੇ ਆ ਪਾਪੂਲਿਜ਼ਮ ਆ ਇਹ। ਚੰਗਾ ਕਹਿ ਦੇਣ, ਮੈਨੂੰ ਤਾਂ ਕੋਈ ਡਰ ਨਹੀਂ ਉਹਨਾਂ ਦਾ। ਲੇਕਿਨ ਮੇਰੇ ਲੋਕਾਂ ਨੂੰ, ਮੇਰੇ ਪੰਜਾਬ ਦੇ ਲੋਕਾਂ ਨੂੰ ਤਾਂ ਚੱਜ ਦੀ ਨੀਂਦ ਆਉਣ ਲੱਗ ਗਈ ਨਾ। ਜਿਹਦੇ ਘਰ ਬਿਜਲੀ ਦਾ ਕਨੈਕਸ਼ਨ ਕੱਟਿਆ ਵਾ ਸੋਏਗਾ ਕਿਵੇਂ?
ਜਿਹਦੇ ਘਰ ਦੇ ਵਿੱਚ 50,000 ਰੁਪਏ ਬਿਜਲੀ ਦਾ ਬਿੱਲ ਖੜਾ, ਆਮਦਨ 3,000 ਰੁਪਈਆ, ਉਹ ਸੋਏਗਾ ਕਿਵੇਂ? ਜਿਹਨੂੰ ਦਿੱਕਤਾਂ ਆ ਰਹੀਆਂ ਕਿ ਜੀ ਮੇਰੇ ਮੁੰਡੇ ਨੇ ਪੜ੍ਹਨ ਜਾਣਾ ਹੈ, ਫੀਸਾਂ ਜ਼ਿਆਦਾ ਹੈ, ਮੈਂ ਹੁਣ ਉਹਦਾ ਵੀ ਸੈਟਿੰਗ ਕਰ ਰਿਹਾ। ਮੈਂ ਕਾਨੂੰਨ ਲੈ ਕੇ ਆਵਾਂਗਾ ਕਿ ਫੀਸ ਕਾਲਜ ਵਾਲਾ ਉਨੀ ਕੁ ਲੈ ਸਕੇਗਾ ਜਿੰਨਾ ਕੁ ਉਹ ਸੁਵਿਧਾ ਦੇ ਰਿਹਾ। ਹੁਣ ਮੈਂ ਇਹ 2-4 ਦਿਨਾਂ ਦੇ ਵਿੱਚ ਜਾ ਰਿਹਾ ਉੱਥੇ ਪੰਜਾਬੀ ਯੂਨੀਵਰਸਿਟੀ। ਮੈਂ ਯੂਨੀਵਰਸਿਟੀਆਂ ਠੀਕ ਕਰਨੀਆਂ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਫੇਲ ਕਰੀ ਜਾਂਦੇ ਹੋ, ਪ੍ਰਾਈਵੇਟ ਕਾਲਜ ਨੂੰ ਫੀਸਾਂ ਦਵਾਈ ਜਾਂਦੇ ਹੋ। ਸਾਡੀ ਪੜ੍ਹਾਈ ਕਿਉਂ ਨਹੀਂ ਚੰਗੀ ਹੁੰਦੀ? ਮੈਂ ਖਾਲਸਾ ਸਕੂਲ 'ਚ ਪੜ੍ਹਿਆ, ਉੱਥੇ ਪੜ੍ਹਾਈ ਚੰਗੀ ਸੀ, ਲੇਕਿਨ ਉਸ ਤੋਂ ਬਾਅਦ ਕੀ ਕਰਿਆ, ਐਡਿਟ ਸਕੂਲੇ ਮਾਰਤੇ। ਹੁਣ ਮੈਂ ਰਿਵਾਈਵ ਕਰਨ ਲੱਗਿਆ ਕਿ ਜਦੋਂ ਤੱਕ ਤੁਸੀਂ ਚੰਗੀ ਪੜ੍ਹਾਈ ਨਹੀਂ ਦਿਓਗੇ, ਗਰੀਬੀ 'ਚੋਂ ਕਿਵੇਂ ਕੱਢੋਗੇ? ਚੰਗੀ ਪੜ੍ਹਾਈ ਵਾਸਤੇ ਪੈਸੇ, ਫੀਸਾਂ ਹੀ ਇੰਨੀਆਂ ਕਿ ਮਾਂ-ਬਾਪ ਦੇ ਹੀ ਨਹੀਂ ਸਕਦੇ। ਸੋ ਮੈਂ ਉਹ ਹੁਣ ਹੱਲ ਕਰਨੇ ਆ। ਹੁਣ ਮੈਂ ਜਾਵਾਂਗਾ 2-4 ਦਿਨਾਂ 'ਚ। 150 ਕਰੋੜ ਰੁਪਈਆ ਪੰਜਾਬੀ ਯੂਨੀਵਰਸਿਟੀ ਨੂੰ 12% ਤੇ ਲੋਨ ਲੈਣਾ ਪਿਆ। ਹੁਣ ਮੈਂ ਇਹਦਾ ਹੱਲ ਕਰਾਂਗਾ ਜਾ ਕੇ। ਜਿਵੇਂ ਤਾਂ ਮੌਜੂਦਾ ਸਮੇਂ ਜੋ ਚੀਜ਼ਾਂ ਚਾਹੀਦੀਆਂ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ, ਇੱਕ ਅਲਟਰਨੇਟਿਵ ਇਕਨੋਮੀ ਦਾ ਮਾਡਲ ਤੁਹਾਡਾ ਲੰਬਾ ਵਿਜ਼ਨ ਕੀ ਹੈਗਾ ਪੰਜਾਬ ਨੂੰ ਲੈ ਕੇ? ਕਿ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਉਹਦੇ ਲਈ ਪੈਸਾ ਵੀ ਚਾਹੀਦਾ, ਉਹਦੇ ਲਈ ਸਟੇਟ ਤੇ ਕਰਜ਼ਾ ਪਹਿਲਾਂ ਵੀ ਹੈਗਾ, ਹੋਰ ਵੀ ਚੜ ਰਿਹਾ ਹੋਊਗਾ, ਦੇਖੋ ਉਹਦੇ ਲਈ ਮੇਰੇ ਪਾਸ ਹਰ ਤਰ੍ਹਾਂ ਦਾ ਮਾਡਲ ਹੈ। ਜੇ ਸਿੱਖਿਆ ਤਾਂ ਮੇਰੇ ਪਾਸ ਸਿੱਖਿਆ ਦਾ ਮਾਡਲ ਹੈ। ਖਰੜ ਦੇ ਵਿੱਚ ਮੈਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸੀ, ਮੈਂ ਮਾਡਲ ਸਕੂਲ ਸ਼ੁਰੂ ਕਰਿਆ। ਵੀਰ ਦਵਿੰਦਰ ਹੋਰੀ ਦੱਸ ਰਹੇ ਸੀ ਅੱਜ 2 ਸ਼ਿਫਟਾਂ ਦੇ ਵਿੱਚ ਸਕੂਲ ਚੱਲਦਾ। ਸਾਰੇ ਪੰਜਾਬ 'ਚ ਇੱਕੋ ਸਕੂਲ ਹੈ ਜਿੱਥੇ ਸਿਫਾਰਿਸ਼ ਨਾਲ ਐਡਮਿਸ਼ਨ ਮਿਲਦੀ ਹੈ, ਔਰ ਸਰਕਾਰੀ ਹੈ। ਬੱਚੇ ਇੰਨੇ ਆਉਂਦੇ ਕਿ 2 ਸ਼ਿਫਟਾਂ ਚੱਲ ਰਹੀਆਂ। ਇਹ ਵੀ ਇਹ ਮਾਡਲ ਇਹ ਹੈ। ਇਸ ਤਰ੍ਹਾਂ ਹੀ ਮਾਡਲ ਪੰਜਾਬ 'ਚ ਦੇਵਾਂਗੇ। ਹੈਲਥ ਦਾ ਮਾਡਲ ਦੇਵਾਂਗੇ, ਚੰਗੀ ਹੈਲਥ ਹੋਵੇ, ਚੰਗੀ ਸਿਹਤ ਹੋਵੇ। ਖੇਤੀ ਦਾ ਮਾਡਲ ਦੇਵਾਂਗੇ ਕਿ ਆਰਗੈਨਿਕ ਖੇਤੀ ਕਰੋ। ਕਿਉਂ ਸਾਰਾ ਦਿਨ ਜ਼ਹਿਰ ਖਲਾਈ ਜਾਂਦੇ ਹੋ ਯੂਰੀਆ ਪਾ ਕੇ? ਲੇਕਿਨ ਕਿਸਾਨ ਨੂੰ ਆਰਗੈਨਿਕ ਖੇਤੀ ਜੇ ਉੱਪਰ ਲਾਉਣਾ ਹੈ ਜੇ, ਤਾਂ ਉਹਦੀ ਖੇਤੀ ਦੇ ਫਸਲ ਦੇ ਉਹਦੇ ਭਾਅ ਵੀ ਸਹੀ ਮਿਲਣੇ ਚਾਹੀਦੇ ਨਾ, ਆਰਗੈਨਿਕ। ਮੈਂ ਤਾਂ ਮੁੱਖ ਪ੍ਰਧਾਨ ਮੰਤਰੀ ਨਾਲ ਗੱਲ ਜਾ ਕਰਕੇ ਆਇਆ ਕਿ ਇਹ ਮਸਲਾ ਹੱਲ ਕਰੋ। ਤੁਸੀਂ ਅੱਜ ਮੈਨੂੰ ਮੰਜਿਆਂ 'ਤੇ ਬਿਠਾਇਆ, ਮੈਨੂੰ ਤਾਂ ਚੰਗਾ ਲੱਗਦਾ ਬੈਠਣਾ, ਕਿਉਂਕਿ ਸਾਨੂੰ ਸੌਖ ਹੁੰਦੀ ਮੰਜੇ 'ਤੇ ਬੈਠਣ ਦੀ। ਲੇਕਿਨ ਜੇ ਤੁਸੀਂ ਮੇਰੇ 'ਤੇ ਮੰਜਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਜਾ ਕੋਈ। ਬੁਣਦੇ ਰਹੇ ਹੋ ਤੁਸੀਂ? ਲੈ ਮੈਂ ਨੌਕੜੀਆ ਚੌਕੜੀਆ ਜਿਹੜਾ ਮਰਜ਼ੀ ਮੰਜਾ ਬਣਾ ਲਓ। ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਹੈ, ਕਿਵੇਂ ਮੰਜਾ ਬੁਣੀਦਾ। ਨਾਗਵਲ ਮੈਨੂੰ ਪਾਉਣਾ ਆਉਂਦਾ ਹੈ, ਕਿਉਂਕਿ ਮੇਰੇ ਬਾਪ ਦਾ ਟੈਂਟ ਸਟੋਰ ਸੀ। ਇਹਨਾਂ ਨੂੰ ਕਿਆ ਪਤਾ ਨਾਗਵਲ ਕਿਆ ਹੁੰਦਾ, ਜਿਹੜੇ ਕਹਿੰਦੇ ਜੀ ਇਹ ਡੁਪਲੀਕੇਟ ਉਹ ਹੈ, ਆਮ ਆਦਮੀ ਹੈ। ਇਸੇ ਕਰਕੇ ਤੁਸੀਂ ਸਿਆਸੀ ਨਾਗਵਲ ਪਾਉਂਦੇ? ਮੈਂ ਨਾਗਵਲ ਪਾਉਣਾ ਜਾਣਦਾ ਨਾ, ਇਹਨਾਂ ਨੂੰ ਕਿਆ ਪਤਾ ਨਾਗਵਲ ਹੀ ਨਹੀਂ ਪਤਾ ਕਿਆ ਹੁੰਦਾ। ਲੈ ਤੁਸੀਂ ਇਹਨੂੰ ਕੇਜਰੀਵਾਲ ਮੈਨੂੰ ਕਹਿੰਦਾ ਤੂੰ ਡੁਪਲੀਕੇਟ ਆਮ ਆਦਮੀ ਹੈ, ਉਹਨੂੰ ਪੁੱਛੋ ਨਾਗਵਲ ਕਿਆ ਹੁੰਦਾ, ਪਾ ਕੇ ਦਿਖਾਵੇ। ਮੈਂ ਤੁਹਾਨੂੰ ਪਾ ਕੇ ਦਿਖਾਉਣਾ ਹੈ। ਅੱਜ ਮੈਂ ਮੰਜਾ ਹੀ ਬੁਣ ਕੇ ਦਿਖਾ ਦੇਵੇ। ਜਿਹਨੂੰ ਤਾਣਾ ਤੜਨਾ ਆਉਂਦਾ ਔਰ ਸਿੱਧਾ ਕਰਨਾ ਆਉਂਦਾ, ਉਹ ਪੰਜਾਬ ਦਾ ਵੀ ਤਾਣਾ ਸਿੱਧਾ ਕਰ ਦੇਗਾ, ਔਰ ਕਰਾਂਗਾ। ਮੇਰੇ ਪਾ ਹਰ ਤਰ੍ਹਾਂ ਦਾ ਬਹੁਤ ਵਧੀਆ ਮਾਡਲ ਹੈ ਯਾਰ। ਕੁਰਸੀ ਵੀ ਬਹੁਤ ਕੁਝ ਸਿਖਾਉਂਦੀ ਹੈ। ਇਹ ਤਾਂ ਐਵੇਂ ਬੇਵਕੂਫ ਬਣਾਈ ਜਾਂਦੇ ਤੁਹਾਡੇ ਲੋਕ। ਮੈਂ ਇਹ ਮਾਡਲ ਦੇ ਦਾਂਗਾ, ਮੈਂ ਉਹ ਕੇਜਰੀਵਾਲ ਕਹਿੰਦਾ। ਤੁਸੀਂ ਮੈਨੂੰ ਦੱਸੋ, ਜਿਹੜੀ ਕੁਰਸੀ ਪਰ ਆ ਕੇ CM ਬੈਠਦਾ ਉੱਥੇ 100 ਆਉਂਦਾ ਰੋਜ਼, ਆਹ ਮੇਰਾ ਮਾਡਲ ਹੈ ਜੀ, ਆਹ ਮੇਰਾ ਮਾਡਲ ਹੈ ਜੀ, ਆਹ ਮੇਰਾ ਮਾਡਲ ਹੈ ਜੀ। ਜੇ ਨੀਤ ਸਾਫ਼ ਹੈ, ਜੇ ਤੁਹਾਡੀ ਵਿਲ ਪਾਵਰ ਹੈ, ਤਾਂ ਤੁਸੀਂ ਅੱਛਾ ਮਾਡਲ ਦਿਓਗੇ। ਨਹੀਂ ਤਾਂ 22 ਰੁਪਏ ਰੇਤਾ ਵਿਕੇ ਰਿਹਾ, 5.5 ਰੁਪਏ ਪਰ ਕੌਣ ਕਰਦਾ ਹੈ? ਮੈਂ ਇਹ ਵੀ ਖਤਮ ਕਰਨਾ ਹੈ। ਮੇਰਾ ਜਿਹੜਾ ਰੇਤੇ ਦਾ ਮਾਡਲ ਆਏਗਾ ਅੱਗੇ ਨੂੰ, ਹੁਣ ਤਾਂ ਇਹ ਹੈ ਕਿ ਠੇਕਾ ਦਿੱਤਾ ਹੋਇਆ ਸੀ ਇਹਨਾਂ ਨੇ। ਮੈਨੂੰ ਪਤਾ ਮੈਂ ਠੇਕੇਦਾਰਾਂ ਦੀ ਕਿਵੇਂ ਉਹਨਾਂ ਨੂੰ ਲੋਟ ਕਰਿਆ ਕਿ ਕਿਸ ਤਰ੍ਹਾਂ 5.5 ਪਰ ਲੈ ਕੇ ਆਉਂਦਾ। ਮੈਨੂੰ ਮੇਰੇ ਬੰਦਿਆਂ ਨੇ ਵੀ ਕਿਹਾ ਕਿ ਨਾ ਪੰਗਾ ਲੈ, 5.5 ਦਾ ਰੇਟ ਹੋ ਹੀ ਨਹੀਂ ਸਕਦਾ। ਮੈਂ ਕਿਹਾ ਮੈਂ ਕਰਕੇ ਦਿਖਾਊਂਗਾ। ਹੁਣ ਵਿਕ ਰਿਹਾ ਦਰਿਆ 'ਤੇ ਰੇਟ ਤਾਂ 5.5 ਰੁਪਏ, 22 ਰੁਪਏ ਲੈ ਕੇ ਬਾਕੀ ਤਾਂ ਵੰਡੇ ਹੋ ਰਿਹਾ ਸੀ, ਹੁਣ ਨਹੀਂ ਵੰਡ ਹੁੰਦਾ। ਨਵਜੋਤ ਸਿੰਘ ਸਿੱਧੂ ਕਾਫੀ ਕੰਫਰਟੇਬਲ ਹੋਏ ਵੀ ਨੇ ਪਿਛਲੇ ਦਿਨਾਂ 'ਚ ਤੁਹਾਡੇ ਨਾਲ, ਫਿਰ ਵੀ ਲਗਾਤਾਰ ਕਹਿ ਰਹੇ ਨੇ, ਜਿਹੜੀ ਇਹ ਕਹਿੰਦੇ ਹੈਗੇ ਕਿ ਇਕਨੋਮਿਕ ਵਿਜ਼ਨ ਦੀ ਲੋੜ ਆ ਪੰਜਾਬ ਨੂੰ ਲੋਲੀਪੌਪ ਨਹੀਂ ਚਾਹੀਦੇ, ਪੰਜਾਬ ਨੂੰ ਪਾਪੂਲਿਜ਼ਮ ਨਹੀਂ ਚਾਹੀਦਾ। ਲਗਾਤਾਰ ਲਿਖ ਰਹੇ ਨੇ ਆਪਦੇ ਟਵਿੱਟਰ ਦੇ ਉੱਤੇ, ਫੇਸਬੁੱਕ ਤੇ। ਚੰਗੀ ਗੱਲ ਹੈ, ਪਾਰਟੀ ਦਾ ਪ੍ਰਧਾਨ ਹੈ, ਉਹ ਕਹਿੰਦੇ ਆ ਕਿ ਜੀ ਸਾਡਾ ਵਿਜ਼ਨ ਹੋਣਾ ਚਾਹੀਦਾ, ਦੋਨੋਂ ਜਣੇ ਰਲ ਕੇ ਬਣਾਵਾਂਗੇ ਵਿਜ਼ਨ। ਪੂਰੇ ਜਣੇ ਜਿੰਨੇ ਸਾਡੀ ਕਾਂਗਰਸ ਦੇ ਵਿੱਚ ਬੰਦੇ ਆ, ਬਹੁਤ ਤਕੜੇ ਬੰਦੇ ਆ, ਦਿਮਾਗ ਰੱਖਦੇ ਆ। ਕੋਈ
राज्य सभा का मैंबर है, कोई MP है, बिट्टू है, बहुत अच्छा मुंडा है, बड़ी मेरा MP रहा है, प्रताप सिंह बाजवा है, राज्य सभा का मैंबर है। किन्ने साढ़े पास दिमाग हैं, लेकिन ये है कि जे CM की विल पावर नहीं तो कुछ नहीं होता। मैं बथेरा जोर लाता रहा कैप्टन अमरिंदर सिंह नूं कि कर दो बरगाड़ी का मसला हल, कर दो नशियां का मसला हल, SC स्कॉलरशिप का मसला हल कर दो। नहीं किया ना, अज नुकसान हो गया ना उन्हों का, लेकिन ऐसी मसले हल करांगे। ਆਉਣ ਵਾਲੇ ਦਿਨਾਂ 'ਚ ਇਹ ਮਸਲੇ ਜਿਵੇਂ ਅੱਜ ਅਸੀਂ ਦੇਖ ਰਹੇ ਸੀ ਟਰਾਂਸਪੋਰਟ ਦੇ ਉੱਤੇ ਤੁਸੀਂ 31 ਕੋਈ ਬੱਸਾਂ ਜ਼ਬਤ ਕੀਤੀਆਂ ਨੇਗੀਆਂ, ਉਹ ਸਾਰਾ ਪ੍ਰੈਸ ਨੋਟ ਜਾਰੀ ਹੋਇਆਗਾ। ਬੱਸਾਂ ਵੀ ਇੱਥੇ ਹੀ ਸੀ, ਮੁੱਖ ਮੰਤਰੀ ਵੀ ਇੱਥੇ ਹੀ ਸੀ, ਲੇਕਿਨ ਇੱਕੋ ਪਰਿਵਾਰ ਦੀਆਂ ਬੱਸਾਂ ਚੱਲੀ ਜਾਂਦੀਆਂ ਸੀ, ਉਹਨਾਂ ਨਾਲੇ ਸਮਝੌਤੇ ਹੋ ਗਏ। ਐਸੀ ਨਹੀਂ ਨਾ ਕਰਨੇ। ਰਾਜਾ ਵੜਿੰਗ ਨੂੰ ਲਾਇਆ ਹੋਇਆ, ਲੱਗੇ ਹੋਏ ਕਿ ਨਹੀਂ, ਥਾਣੇ ਵਿੱਚ ਖੜੀਆਂ ਅੱਜ ਬੱਸਾਂ। ਮੈਂ ਰਾਜੇ ਵੜਿੰਗ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਆ ਬੜੇ ਬੜੇ ਸ਼ੀਸ਼ੇ ਵਾਲੀਆਂ ਥਾਣੇ ਖੜੀਆਂ ਮਿਲਣੀਆਂ ਚਾਹੀਦੀਆਂ, ਹੈਗੀਆਂ ਕਿ ਨਹੀਂ ਖੜੀਆਂ ਅੱਜ? ਇਹਨਾਂ ਨੇ ਹੀ ਬੰਦੇ ਮਾਰੇ ਆ ਬੱਸਾਂ ਨੇ ਪੰਜਾਬ ਦੇ, ਇਹਨਾਂ ਨੇ ਹੀ ਸਾਡੀਆਂ ਕੁੜੀਆਂ ਨੂੰ ਹੈਰਾਨ ਕਰਿਆ ਬੱਸਾਂ ਦੇ ਵਿੱਚ। ਅੱਜ ਖੜੇ ਆ ਥਾਣੇ ਦੇ ਵਿੱਚ, ਆ ਜਿਵੇਂ ਕੋਰਟ ਵਿੱਚ ਲੜ ਲਵੇਂ ਜਿਹੜਾ ਹੈ। ਡਿੰਪੀ ਢਿੱਲੋਂ ਕਹਿੰਦੇ ਵੰਡੈਟਾ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ। ਵੰਡੈਟਾ ਕਿੱਥੇ ਤੇ ਯਾਰ, ਤੁਸੀਂ ਸਾਰੀਆਂ ਬੱਸਾਂ ਤੁਹਾਡੀਆਂ ਹੋਣਗੀਆਂ ਪੰਜਾਬ ਦੇ ਵਿੱਚ, ਇਹ ਕਾਹਦਾ ਵੰਡੈਟਾ ਹੈ? ਬਾਕੀ ਨੌਜਵਾਨ ਕਿੱਥੇ ਜਾਣਗੇ? ਉਹਨਾਂ ਨੂੰ ਨਹੀਂ ਦੇਣੇ ਮੈਂ ਪਰਮਿਟ। ਇਹ ਲੋਕਾਂ ਨੇ ਆਪਣੀਆਂ ਹਜ਼ਾਰ ਹਜ਼ਾਰ ਬੱਸਾਂ ਪਾ ਕੇ ਆਪ ਤਕੜੇ ਹੋ ਗਏ, ਪੰਜਾਬ ਨੂੰ ਗਰੀਬ ਕਰਤਾ। ਇਹ ਥੋੜ੍ਹਾ ਚੱਲਣ ਦੇਣਾ ਮੈਂ, ਜਿੰਨੀ ਦੇਰ ਹੈਗਾ ਹੈ ਕਰਾਂਗਾ, ਰੱਬ ਲੱਗਦੀਆਂ। ਨਸ਼ੇ ਵਾਲਾ ਮਸਲਾ ਬੜਾ ਛਾਇਆ ਰਿਹਾ ਹੈਗਾ, ਉਹਦੇ ਤੇ ਵੀ ਚਰਚਾ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਕਾਨੂੰਨ ਅਨੁਸਾਰ ਅਸੀਂ ਹੀ ਰਿਪੋਰਟ ਖੋਲ ਸਕਦੇ ਹਾਂਗੇ, ਜੇ ਨਹੀਂ ਖੋਲਦਾ ਹਾਈ ਕੋਰਟ ਅਸੀਂ ਵੀ ਖੋਲ ਦਈਏ। ਕੱਲ੍ਹ ਨੂੰ ਤਰੀਕ ਹੈ, ਦਿੱਲੀ ਤੋਂ ਵਕੀਲ ਕਰਿਆ, ਉਹ ਕਹਿੰਦਾ ਮੈਂ ਦਿੱਲੀੋਂ ਵਕੀਲ ਲਿਆਂਦਾ। परमात्मा करे कल खुल जे, हो जाएगा सारा कुछ, नहीं खुलेगा तो होर रास्ता देखांगे। सुखबीर सिंह बादल ने पिछले दिन स्पैशली प्रेस कॉन्फ्रेंस करके सारा उन्होंने बोले, अकाली दल के लीडर की इस मसले ते की जी प्लैनिंग हुई है जी, CM चन्नी सी रंधावा हो रही, सानू काम ही है प्लैनिंग करना। जे प्लैनिंग नहीं करांगा तो सूबा किस तरह ठीक होएगा? सानू जान के टारगेट ओ यार कहंदा भी ओ चोर दी दाढ़ी च तिनका, ਉਹ ਗੱਲ ਹੈ। ਇਹ ਚੋਰ ਹੈ ਲੋਕ, ਇਹਨਾਂ ਨੇ ਬੇਅਦਬੀਆਂ ਕਰਾਈਆਂ, ਇਹਨਾਂ ਨੇ ਨਸ਼ੇ ਫੈਲਾਏ ਹੈ, ਇਹਨਾਂ ਨੇ ਪੰਜਾਬ ਨੂੰ ਲੁੱਟਿਆ, ਇਹਨਾਂ ਨੇ ਆਪਣੀਆਂ ਬੱਸਾਂ ਬਣਾ ਲਈਆਂ, ਇਹਨਾਂ ਨੇ ਹੋਟਲ ਬਣਾ ਲਏ, ਇਹਨਾਂ ਦੇ ਹੋਟਲਾਂ ਨੂੰ ਬੱਸਾਂ ਜਾਂਦੀਆਂ, ਬਾਕੀ ਪੰਜਾਬ ਕਿੱਥੇ ਜਾਏਗਾ? ਮੈਂ ਤਾਂ ਜੇ ਬਣਿਆ ਤਾਂ ਸਾਰੇ ਪੰਜਾਬ ਦਾ ਦੇਖਣਾ ਹੈ, ਇਹਨਾਂ ਨੇ ਆਪਣੇ ਪਰਿਵਾਰ ਦਾ ਹੀ ਦੇਖਿਆ। ਮੇਰੇ ਪਤਾ ਇੱਕ ਸਿਆੜ ਜ਼ਮੀਨ ਨਹੀਂ ਹੈ, ਜਿੰਨੇ ਸਿਆੜ ਹੈਗੇ ਸੀ ਮੈਂ ਔਖੇ ਸੌਖੇ ਕਮਾਏ ਸੀ ਪ੍ਰੋਪਰਟੀ ਦਾ ਕੰਮ ਕਰਕੇ, ਉਹ ਸਾਰੇ ਇਲੈਕਸ਼ਨਾਂ 'ਚ ਵੇਚਤੇ, ਹੁਣ ਵੀ ਕੋਈ ਨਹੀਂ ਬਣਾਉਣਾ। ਲੇਕਿਨ ਇਹ ਲੋਕ ਹਜ਼ਾਰਾਂ ਹਜ਼ਾਰਾਂ ਏਕੜ ਦੇ ਮਾਲਕ ਹੈ, ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੋਇਆ। ਇਹ ਸਬਰ ਕਰਨ। ਹੁਣ ਅੱਜ ਆਮ ਲੋਕਾਂ ਦਾ ਰਾਜ ਆਇਆ, ਉਹਨਾਂ ਨੂੰ ਵੀ ਆਪਣੀ ਆਮਦਨ ਦਾ ਸੋਚਣਾ ਹੈ, ਉਹਨਾਂ ਨੂੰ ਵੀ ਨੌਕਰੀਆਂ ਦੇਣੀਆਂ, ਉਹਨਾਂ ਨੂੰ ਵੀ ਬੱਸਾਂ ਦੇਣੀਆਂ, ਸਾਰੀਆਂ ਇਹਨਾਂ ਨੂੰ ਹੀ ਰੱਖੀਆਂ ਵੀਆਂ ਕਿਤੇ। ਬੇਅਦਬੀ ਦੇ ਮਸਲੇ ਦੀ ਕਾਫੀ ਚਰਚਾ ਹੁੰਦੀ ਰਹੀ ਹੈ, ਬੇਅਦਬੀ ਵਾਲੇ ਮਸਲੇ 'ਚ ਕੀ ਹੋਣ ਜਾ ਰਿਹਾ ਜਾਂ ਤੁਹਾਡੀ ਸਰਕਾਰ ਕੀ ਕਰ ਰਹੀ ਹੈ? ਬੇਅਦਬੀ ਦੇ ਮਸਲੇ 'ਚ ਸਿੱਟ ਆਪਣੇ ਤੌਰ ਤੇ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਔਰ ਬੜਾ ਅੱਛਾ ਪ੍ਰੋਗਰੈਸ ਹੈ। ਜਿਹੜਾ ਇਹਨਾਂ ਨੇ 5-7 ਸਾਲਾਂ ਤੋਂ ਠੱਪ ਕਰਕੇ ਰੱਖਿਆ ਹੋਇਆ ਸੀ, ਉਹ ਕੇਸ ਖੁੱਲ੍ਹਿਆ ਹੈ। ਬਾਬੇ ਦੀ ਜੇਲ੍ਹ ਤੱਕ ਸਾਡੀ ਪੁਲਿਸ ਪਹੁੰਚ ਗਈ ਹੈ। ਜਿੱਥੇ ਜਿੱਥੇ ਬੰਦੇ ਹੈ ਕੋਸ਼ਿਸ਼ ਕਰ ਰਹੇ ਛਾਪੇ ਮਾਰ ਕੇ ਉਹਨੂੰ ਲੱਭੀਏ। ਜਿਹੜਾ ਵੀ ਹੈ, ਮੈਂ ਨਹੀਂ ਇਹ ਕਰਨਾ, ਇਹ ਗੁਰੂ ਨੇ ਕਰਾਉਣਾ ਹੈ, ਜਿਹਦੀ ਇਹਨਾਂ ਨੇ ਬੇਅਦਬੀ ਕਰੀ ਹੈ। ਮੇਰੇ ਤੇ ਕਰਾ ਦੇਵੇ ਗੁਰੂ, ਮੈਂ ਹੱਥ ਜੋੜ ਕੇ ਰੋਜ਼ ਅਰਦਾਸ ਕਰਦਾ ਔਰ ਅਸੀਂ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਪਾਰਟੀ ਬਣਾ ਲਈ ਹੈ ਉਹਨਾਂ ਨੇ। ਹੁਣ ਯਾਰ ਉਮਰ ਦਾ ਵੀ ਤਕਾਜ਼ਾ ਹੁੰਦਾ, ਹਰ ਚੀਜ਼ ਦਾ ਫਿਊਚਰ ਹੀ ਦੇਖੀ ਜਾਣਾ। ਹੁਣ ਪੰਜਾਬ ਦਾ ਵੀ ਦੇਖ ਲਓ ਕੁਛ। ਨਹੀਂ ਤੁਸੀਂ ਦੇਖਦੇ ਹੋਗੇ ਨਾ ਕਿ ਜਿਹੜੀ ਪਾਰਟੀ ਬਣਾ ਰਹੇ ਨੇ ਕੀ ਬਣੂ ਕੈਪਟਨ ਅਮਰਿੰਦਰ ਸਿੰਘ ਦਾ? ਤੁਹਾਡੀ ਅਸੈਸਮੈਂਟ ਤਾਂ ਹੈਗੀ, ਤੁਸੀਂ ਨੇੜਿਓਂ ਜਾਣਦੇ ਹੋ। ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੁਛ ਨਹੀਂ ਹੋਣਾ। ਹੁਣ 4.5 ਸਾਲ ਰਾਜ ਦਿੱਤਾ ਕਰ ਲੈਂਦੇ ਜਿਹੜਾ ਕੁਝ ਕਰਨਾ ਸੀ। ਹੁਣ ਜੇ 4.5 ਸਾਲ 'ਚ ਨਹੀਂ ਕਰਿਆ ਤਾਂ ਹੁਣ ਦੁਬਾਰੇ ਲੋਕ ਕਿੱਥੇ ਤੇ ਵਿਸ਼ਵਾਸ ਕਰ ਲੈਣ? ਲੋਕਾਂ ਨੇ ਤਾਂ ਸਾਰਾ ਕੁਝ ਦਿੱਤਾ ਸੀ, ਕੋਈ ਕਸਰ ਛੱਡੀ ਹੈ ਲੋਕਾਂ ਨੇ? ਪਾਰਟੀ ਨੇ ਕੋਈ ਕਸਰ ਛੱਡੀ ਹੈ? ਕਿਆ ਨਹੀਂ ਦਿੱਤਾ ਪਾਰਟੀ ਨੇ? ਮੈਂਬਰ ਪਾਰਲੀਮੈਂਟ, ਮਿਨਿਸਟਰੀਆਂ ਦਿੱਲੀ ਦੀਆਂ, ਫੋਰਨ ਮਿਨਿਸਟਰੀਆਂ, ਮੁੱਖ ਮੰਤਰੀ, ਕਿਆ ਚੀਜ਼ ਨਹੀਂ ਪਾਰਟੀ ਨੇ ਦਿੱਤੀ? ਹੁਣ ਜੇ ਪਾਰਟੀ ਵਾਸਤੇ ਕੁਝ ਕਰਨਾ ਤਾਂ ਕਰਨਾ ਚਾਹੀਦਾ ਨਾ।
ਕਿਸਾਨਾਂ ਨੇ ਅੱਜ ਕਿਹਾ ਸਾਡੇ ਕਰਜ਼ੇ ਇੱਥੋਂ ਵਾਲੇ ਮਾਫ ਹੋਣੇ ਚਾਹੀਦੇ ਨੇ, ਸਰਕਾਰ ਕੁਝ ਕਰੇ। ਅੱਜ ਕਿਸਾਨਾਂ ਨਾਲ ਮੇਰੀ ਮੀਟਿੰਗ ਹੋਈ ਹੈ। ਜਿੰਨੇ ਕਿਸਾਨ ਅੱਜ ਖੁਸ਼ ਹੋਏ ਹੈ ਮੇਰੇ ਨਾਲ ਮੀਟਿੰਗ ਕਰਕੇ, ਅੱਜ ਤੱਕ ਕਿਸੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਖੁਸ਼ ਨਹੀਂ ਹੋਏ। ਇਹ ਮੇਰੇ ਸ਼ਬਦ ਨਹੀਂ ਹੈ, ਉਹਨਾਂ ਦੇ ਹੈ। ਇੱਕ ਵੀ ਗੱਲ ਉਹਨਾਂ ਦੀ ਭੁੰਜੇ ਨਹੀਂ ਗਿਰਨ ਦਿੱਤੀ। ਜੋ ਉਹਨਾਂ ਨੇ ਬੋਲ ਕਿਹਾ ਭਗਾਤਾ। ਔਰ ਮੈਂ ਅੱਜ ਫੇਰ ਕਹਿਣਾ ਕਿ ਖੇਤ ਮਜ਼ਦੂਰ ਔਰ ਕਿਸਾਨ ਇਹਨਾਂ ਦੇ ਨਾਲ ਖੜਾ ਹੈ, ਜਿਹੜੇ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਘਰ ਬੈਠ ਕੇ। ਮੈਂ ਮਜ਼ਦੂਰੀ ਕਰੀ ਹੋਈ ਹੈ, ਮੈਂ ਦੇਖਿਆ ਹੋਇਆ ਖੇਤਾਂ ਵਿੱਚ ਜਾ ਕੇ। ਮੇਰੇ ਨਾਲ ਬਰਸੀਨ ਵੱਢ ਕੇ ਦੇਖ ਲਵੇ ਜਿਹਨੇ ਦੇਖਣੀ ਹੈ, ਮੇਰੇ ਨਾਲ ਕਣਕ ਦਾ ਕਿਆਰਾ ਲਾ ਕੇ ਦੇਖ ਲਵੇਂ, ਮੇਰੇ ਨਾਲ ਚਰੀ ਵੱਢ ਕੇ ਦੇਖ ਲਵੇਂ, ਮੇਰੇ ਨਾਲ ਟੋਕਾ ਕਰੋ, ਮੇਰੇ ਨਾਲ ਧਾਰਾਂ ਚੋ। ਇਹ ਮੈਂ ਸਾਰੇ ਕੰਮ ਕਰੇ ਹੋਏ, ਆਪਣੇ ਪਿੰਡੇ ਪਰ ਹਟਾਏ ਹੋਏ ਹੈ। ਮੈਨੂੰ ਪਤਾ ਖੇਤ ਦੇ ਵਿੱਚ ਮਜ਼ਦੂਰ ਦਾ ਕਿਆ ਹਾਲ ਹੁੰਦਾ, ਕਿਆ ਉਹਨੂੰ ਮੁਸੀਬਤਾਂ ਆਉਂਦੀਆਂ। ਮੈਨੂੰ ਪਤਾ ਕਿ ਰਾਤ ਨੂੰ ਜਦ ਮੁੰਡਾ ਨੱਕੇ ਮੋੜਨ ਜਾਂਦਾ ਹੈ ਤਾਂ ਪਹਿਲੇ 4 ਨੱਕੇ ਮੋੜ ਕੇ ਕਈ ਵਾਰ ਸੌਂ ਜਾਂਦਾ ਹੈ ਕਿ ਯਾਰ ਪਾਣੀ ਚਾਰੇ ਕਿਆਰਿਆਂ ਨੂੰ ਲੱਗ ਜੂਗਾ, ਫਿਰ ਕਿਆਰਿਆਂ 'ਚੋਂ ਭਰ ਕੇ ਪਾਣੀ ਅੱਗੇ ਚਲੇ ਜਾਂਦਾ ਹੈ। ਉਹ ਫਿਰ ਜਦ ਉੱਠਦਾ ਯਾਰ ਇਹ ਕਿਆ ਹੋ ਗਿਆ। ਇਹ ਮੈਨੂੰ ਪਤਾ ਨਾ ਕਿਸ ਤਰ੍ਹਾਂ ਹੁੰਦਾ ਰਾਤ ਨੂੰ। ਮੈਨੂੰ ਪਤਾ ਖੇਤ ਦੇ ਮਜ਼ਦੂਰ ਦੀ ਔਰ ਖੇਤ ਕਿਸਾਨ ਦੀਆਂ ਕਿਆ ਪ੍ਰੋਬਲਮ ਆ, ਮੈਂ ਹੱਲ ਕਰੀਆਂ। ਅੱਜ ਮੈਨੂੰ ਜੋ ਵੀ ਕਿਹਾ ਉਹਨਾਂ ਨੇ ਸਾਰਾ ਮੰਨਿਆ। ਅੱਜ ਜਿੰਨੀ ਕਿਸਾਨੀ ਉਹਨਾਂ ਨੂੰ ਖੁਸ਼ ਗਈ ਹੈ, ਅੱਜ ਤੱਕ ਕਦੇ ਇਸ ਤਰ੍ਹਾਂ ਹੋਇਆ ਨਹੀਂ। ਤੁਹਾਨੂੰ ਕਿਹਾ ਹੀ ਹੋਣਾ ਉਹਨਾਂ ਨੇ, ਸਾਰੀਆਂ ਮੰਗਾਂ ਮੰਨੀਆਂ। ਜੋ ਉਹਨਾਂ ਨੇ ਕਿਹਾ ਮੈਂ ਇੱਕ ਹੀ ਭੁੰਜੇ ਗਿਰਨ ਨਹੀਂ ਦਿੱਤਾ। ਕਿਉਂ ਨਾ ਕਰੀਏ ਯਾਰ, ਖੇਤੀ ਪ੍ਰਧਾਨ ਸੂਬਾ ਹੈ। ਜੇ ਖੇਤ ਦੇ ਕਿਸਾਨ ਦੇ ਖੇਤਾਂ 'ਚ ਦਾਣੇ ਹੋਣਗੇ ਤਾਂ ਮਜ਼ਦੂਰ ਨੇ ਵੀ ਕਾਮਯਾਬ ਹੋਣਾ ਹੈ, ਤਾਂ ਦੁਕਾਨਦਾਰ ਨੇ ਵੀ ਕਾਮਯਾਬ ਹੋਣਾ, ਤਾਂ ਆੜਤੀ ਨੇ ਵੀ ਕਾਮਯਾਬ ਹੋਣਾ। ਇਹ ਤਾਂ ਗਲਤ ਕਰ ਰਹੀ ਹੈ ਬੀਜੇਪੀ ਸਰਕਾਰ, ਔਰ ਕੈਪਟਨ ਸਾਹਿਬ ਵੀ ਗਲਤ ਕਰ ਰਹੇ ਬੀਜੇਪੀ ਦੀ ਮਦਦ। ਅਕਾਲੀ ਵੀ ਗਲਤ ਮਿਲੇ ਵੇ ਬੀਜੇਪੀ ਦੇ ਨਾਲ। ਇਹ ਨੈਕਸਸ ਹੈ ਨਾ ਤਿੰਨਾਂ ਦਾ ਇੱਕ। ਜਿਵੇਂ ਕਿਹਾ ਜਾ ਰਿਹਾ ਕੈਪਟਨ ਦੇ ਜ਼ਰੀਏ ਸਮਝੌਤਾ ਕਰਾਇਆ ਜਾ ਸਕਦਾ ਗਾ, ਤੁਸੀਂ ਕਿਵੇਂ ਦੇਖਦੇ ਹੋ? ਜੇ ਸਮਝੌਤਾ ਕਰਾਇਆ ਨਹੀਂ ਜਾ ਸਕਦਾ, ਸਮਝੌਤਾ ਲੇਟ ਕਰਿਆ ਜਾ ਸਕਦਾ। ਹੋ ਜਾਣਾ ਸੀ ਸਮਝੌਤਾ, ਇਹਨਾਂ ਨੇ ਵਿੱਚ ਪੈ ਕੇ ਉਹਨੂੰ ਲੇਟ ਕਰਤਾ ਕਿ ਜੀ ਤੁਸੀਂ ਮੇਰੇ ਰਾਹੀਂ ਕਰੋ। ਫਿਰ ਕਿਉਂਕਿ ਪਹਿਲਾਂ ਆਪੇ ਤਾਂ ਖਰਾਬ ਕਰਨੇ ਵਾਲੇ ਹੈ ਤੇ ਆਪੇ ਹੁਣ ਸਮਝੌਤੇ ਕਰਾਉਣ ਦੇ ਤੁਰੇ ਪਏ ਹੈ। ਸਮਝੌਤਾ ਇਹਨਾਂ ਨੇ ਲੇਟ ਕਰਤਾ, ਹੋਇਆ ਵਾ ਸਮਝੌਤਾ। ਅੱਜ ਮੈਂ ਕਿਸਾਨਾਂ ਨੂੰ ਵੀ ਕਿਹਾ ਸੀ, ਯੂਨੀਅਨ ਵਾਲਿਆਂ ਨੂੰ, ਮੈਂ ਕਿਹਾ ਤੁਹਾਡਾ ਸਮਝੌਤਾ ਹੋ ਜਾਣਾ ਸੀ, ਲੇਟ ਕਰਤਾ ਉਹਨਾਂ ਨੇ। ਉਹ ਵੀ ਹੱਸਣ ਲੱਗ ਗਏ, ਉਹਨੂੰ ਵੀ ਸਮਝਦੇ ਸਾਰੀ ਕੁਛ। ਇੱਦਾਂ ਯਾਰ ਲੋਕ ਸਾਡੇ ਪੰਜਾਬ ਦੇ ਕਿਆ ਬੇਵਕੂਫ ਹੈ ਕਿ ਤੁਸੀਂ ਆਪਣੇ ਨਾਂ ਪਰ ਸਮਝੌਤਾ ਕਰਾ ਕੇ ਆਪੇ ਵਿਗਾੜ ਕੇ ਸਾਰਾ ਕੁਝ ਪੰਜਾਬ ਦਾ। ਕਿੰਨਾ ਨੁਕਸਾਨ ਹੋ ਗਿਆ। 750 ਦਾ ਬੰਦਾ ਮਰ ਚੁੱਕਿਆ ਉੱਥੇ, ਕੋਈ ਕੀਮਤ ਹੀ ਨਹੀਂ ਬੰਦਿਆਂ ਦੀ। ਮੈਂ ਤਾਂ ਕਿਹਾ, ਉਹਨਾਂ ਨੇ ਮੈਨੂੰ ਕਿਹਾ ਇਹਨਾਂ ਨੌਕਰੀਆਂ ਦੇਣੀਆਂ, ਮੈਂ ਕਿਹਾ ਲਿਸਟ ਦੇ ਦਿਓ, ਸਾਰਿਆਂ ਨੂੰ ਦੇ ਦਾਂਗੇ। ਇੰਨਾ ਤਾਂ ਅਸੀਂ ਕਰ ਹੀ ਸਕਦੇ ਨਾ। ਕਰਜ਼ਾ ਮਾਫੀ ਕਿਸਾਨਾਂ ਦੀ ਜਿਹੜੀ ਉਹ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਦੇਖ ਸਕਦੇ ਹਾਂ। ਉਹਦੇ ਬਾਰੇ ਮੈਂ ਇੱਕ ਇਕੱਲੀ ਇਹ ਮੰਗ ਬਾਰੇ ਉਹਨਾਂ ਨੂੰ ਕਿਹਾ ਕਿ ਮੈਨੂੰ ਫਾਈਨਾਂਸ ਦੇਖ ਲੈਣ ਤੋਂ ਸਰਕਾਰ ਦਾ। ਬਾਕੀ ਉਹਨਾਂ ਦੀਆਂ 18 ਮੰਗਾਂ ਸੀ, 17 ਉਸੇ ਸਮੇਂ ਉੱਥੇ ਮੰਨ ਲਈਆਂ, ਸਾਰੀਆਂ ਮੰਨੀਆਂ ਗਈਆਂ। ਮੁਆਵਜ਼ਾ ਮੈਂ ਆਪਣੇ ਤੌਰ ਤੇ ਕਿਹਾ ਹੈ, ਜੋ ਉਹਨਾਂ ਨੇ ਕੰਮ ਕਿਹਾ, ਨੌਕਰੀਆਂ ਦਾ ਕਿਹਾ, ਹਰ ਕੰਮ ਉਹਨਾਂ ਦਾ ਮੰਨਿਆ। ਅੱਜ ਮੈਂ ਚੈਲੰਜ ਦੇ ਤੌਰ ਤੇ ਤੁਸੀਂ ਕੀ ਦੇਖਦੇ ਹੋ? 2022 'ਚ ਕਾਂਗਰਸ ਦੀ ਲੜਾਈ ਕਿਹਦੇ ਨਾਲ ਆ ਗਈ? ਮੇਰੀ ਤਾਂ ਲੜਾਈ ਮੇਰੇ ਆਪਣੇ ਨਾਲ ਹੀ ਹੈ, ਕਿਸੇ ਹੋਰ ਨਾਲ ਹੈ ਹੀ ਨਹੀਂ। ਮੈਂ ਤਾਂ ਕਦੇ ਕਿਸੇ ਨਾਲ ਲੜਾਈ ਦੇਖੀ ਨਹੀਂ। ਮੈਂ ਤਾਂ ਆਪਣੀ ਲਾਈਨ ਪਰ ਲੱਗਿਆ ਹੋਇਆ, ਕਿਸੇ ਦੀ ਲਾਈਨ ਮੈਂ ਦੇਖਦਾ ਹੀ ਨਹੀਂ। ਮੈਂ ਚੰਗਾ ਕੰਮ ਕਰਾਂਗਾ ਤਾਂ ਲੋਕਾਂ ਨੇ ਫਲ ਦੇਣਾ ਪਾਰਟੀ ਨੂੰ। ਅਕਾਲੀ ਦਲ ਹੈ, ਬੀਜੇਪੀ ਹੈ, ਆਪ ਆ, ਕਿਹਦਾ ਸੈਕੰਡ ਤੁਸੀਂ ਕਿਹਨੇ ਮੰਨਦੇ ਹੋ ਕਿ ਤੁਹਾਡੀ ਲੜਾਈ? ਅਕਾਲੀ ਦਲ ਜਦ ਤੱਕ ਸੁਖਬੀਰ ਸਿੰਘ ਬਾਦਲ ਔਰ ਮਜੀਠੀਆ ਅਕਾਲੀ ਦਲ ਦੇ ਲੀਡਰ ਹੈ, ਅਕਾਲੀ ਦਲ ਅੱਗੇ ਆ ਨਹੀਂ ਸਕਦਾ। ਇਹਨਾਂ ਨੇ ਹੀਰੇ ਵਰਗੀ ਪਾਰਟੀ ਅਕਾਲੀ ਦਲ, ਬਹੁਤ ਵਧੀਆ ਪਾਰਟੀ, ਜਿਹਨੇ ਲੜਾਈਆਂ ਲੜੀਆਂ ਪੰਜਾਬ ਦੀਆਂ, ਉਹਨੂੰ ਇਹਨਾਂ ਨੇ ਬਰਬਾਦੀ ਦੇ ਕਿਨਾਰੇ ਪਰ ਪਹੁੰਚਾਇਆ ਹੋਇਆ। ਇਹ ਲੋਕ ਨਸ਼ਿਆਂ ਦੇ ਵਪਾਰੀ ਬਣ ਗਏ। ਇਹ ਇਹਨਾਂ ਨੇ ਬੇਅਦਬੀ ਵਰਗੇ ਕੰਮ ਕਰੇ। ਇਹਨਾਂ ਨੂੰ ਕਿਸ ਤਰ੍ਹਾਂ ਮਾਫ ਕਰ ਦਈਏ ਤੁਸੀਂ ਦੱਸੋ? ਅਕਾਲੀ ਦਲ ਨੂੰ ਇਹਨਾਂ ਨੇ ਬਰਬਾਦ ਕਰਨ ਦੇ ਕਢਾਰੇ ਲਾਤਾ। ਅਕਾਲੀ ਦਲ ਯਾਰ ਜਦ ਟੌੜਾ ਸਾਹਿਬ ਆਉਂਦੇ ਸੀ ਲੱਗਦਾ ਸੀ ਵੀ ਅਕਾਲੀ ਦਲ ਆਇਆ। ਹੁਣ ਜਦ ਇਹ ਆਉਂਦੇ ਤੁਹਾਨੂੰ ਲੱਗਦਾ ਅਕਾਲੀ ਦਲ ਆਇਆ? ਅਗਲਾ ਇਹ ਕਹਿੰਦਾ ਯਾਰ ਇਹ ਬ੍ਰਿਤੇ ਵੇਚਣ ਵਾਲੇ ਆ ਗਏ, ਸ਼ਰਾਬ ਦੇ ਵਪਾਰੀ ਹੈ, ਕਿਹੜਾ ਚੀਜ਼ ਨਹੀਂ ਇਹ ਵੇਚਦੇ, ਇਹ ਅਕਾਲੀ ਦਲ ਹੈ। ਇਹ ਤਾਂ ਝੂਠਾ ਹੀ ਕਹਿ ਦਿੰਦੇ ਸੀ ਉਹ ਅੰਮ੍ਰਿਤ ਛਕਿਆ ਵਾ। ਮੈਂ ਵਿਧਾਨ ਸਭਾ ਦੇ ਵਿੱਚ ਕਿਹਾ, ਉਹ ਤਾਂ ਕਹਿੰਦੇ ਪੰਥ ਦੀ ਨੁਮਾਇੰਦਗੀ ਅਸੀਂ ਕਰਦੇ ਹਾਂ। ਯਾਰ ਮੈਂ ਉਹਨੂੰ ਕਿਹਾ ਵੀ ਕਿਰਪਾਨ ਦਿਖਾ ਆਪਣੇ, ਜੇ ਤਾਂ ਉਹ ਛਕਿਆ ਹੋਇਆ ਉਹ ਅੰਮ੍ਰਿਤ। ਸੁਖਬੀਰ ਬਾਦਲ ਨੂੰ ਉਹਦੇ ਕਿਰਪਾਨ ਨਹੀਂ ਸੀ ਪਾਈ ਵੀ। ਝੂਠਾ ਅੰਮ੍ਰਿਤ ਦਾ ਰੌਲਾ ਪਾਉਂਦੇ ਲੋਕ। ਇੱਦਾਂ ਦੇ ਕਿਸ ਤਰ੍ਹਾਂ ਬਚ ਜਾਣਗੇ ਝੂਠ ਬੋਲ ਕੇ? ਕਿੰਨਾ ਕੁ ਧੋਖਾ ਕਰ ਲੈਣਗੇ ਪੰਜਾਬ ਦੇ ਨਾਲ, ਕਿੰਨਾ ਕੁ ਧੋਖਾ ਕਰਨਗੇ ਸਿੱਖ ਕੌਮ ਦੇ ਨਾਲ? ਇਹਨਾਂ ਨੂੰ ਕਿਸ ਤਰ੍ਹਾਂ ਬਖਸ਼ ਦਾਂਗੇ ਲੋਕ? ਤੁਸੀਂ ਕਹਿੰਦੇ ਇਹਨਾਂ ਨਾਲ ਮੁਕਾਬਲਾ, ਇਹਨਾਂ ਨਾਲ ਕਾਹਦਾ ਮੁਕਾਬਲਾ ਹੈ?
ਕਿਹਦੇ ਨਾਲ ਮੁਕਾਬਲਾ, ਮੈਂ ਤਾਂ ਇਹ ਪੁੱਛ ਰਿਹਾ। ਮੇਰਾ ਆਪਣੇ ਨਾਲ ਮੁਕਾਬਲਾ, ਆਪਣੇ ਆਪ ਨਾਲ। ਮੇਰਾ ਹੁਣ ਕਿੰਨਾ ਟਾਈਮ ਹੋਇਆ? ਹੁਣ ਟਾਈਮ ਵੱਜ ਗਏ ਹੋਣਗੇ, ਮਤਲਬ 12 12 12:30 ਵਜੇ ਨਾ। ਹੂੰ। ਮੇਰਾ ਇਹ ਮੁਕਾਬਲਾ ਹੈ ਕਿ ਮੈਨੂੰ ਛੇਤੀ ਨੀਂਦ ਨਾ ਆਵੇ। ਕੁਛ ਤਾਂ ਮੈਨੂੰ ਇਹਨਾਂ ਦੀਆਂ ਕੁਕਰਮ ਹੈ ਜਿਹੜੇ ਬੇਅਦਬੀਆਂ ਵਰਗੇ, ਉਹ ਨਹੀਂ ਨੀਂਦ ਆਉਣ ਦਿੰਦੇ। ਕੁਛ ਮੈਂ ਸੋਚਦਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਂ। 12 ਵਜੇ ਮੈਂ ਤੁਹਾਡੇ ਨਾਲ ਬਾਹਰ ਮੰਜਿਆਂ ਪਰ ਬੈਠਾ ਹੈ। ਇਹ ਮੇਰਾ ਆਪਣੇ ਨਾਲ ਮੁਕਾਬਲਾ ਹੈ ਕਿ ਮੈਂ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਕਰਦਾ। ਜਿੰਨਾ ਮੈਨੂੰ ਟਾਈਮ ਮਿਲਿਆ, ਮੈਨੂੰ ਕੋਈ ਚਾਅ ਨਹੀਂ ਹੈ ਕਿਸੇ ਚੀਜ਼ ਦਾ, ਕਿਸੇ ਅਹੁਦੇ ਦਾ। ਕਈਆਂ ਨੂੰ ਹੁੰਦਾ ਕਿ ਜੀ ਮੇਰੇ ਪਿੱਛੇ ਅੱਗੇ ਪਿੱਛੇ ਗੱਡੀਆਂ ਲੱਗੇ ਪੁਲਿਸ ਦੀਆਂ, ਮੈਂ ਕਹਿੰਦਾ ਯਾਰ ਜਾਓ, ਮੇਰੇ ਪਿੱਛੇ ਕਿਉਂ ਲੱਗੇ ਹੋਏ ਹੋ। ਕਿਸੇ ਨੂੰ ਹੁੰਦਾ ਕਿ ਵੱਡੀਆਂ ਗੱਡੀਆਂ ਮਿਲੇ, ਮੈਂ ਕਹਿੰਦਾ ਮੈਨੂੰ ਆਪਣੇ ਵਾਲੀ ਦਿਓ। ਮੇਰਾ ਆਹ ਘਰ ਮਿਲਿਆ ਮੈਨੂੰ ਓਪੋਜੀਸ਼ਨ ਲੀਡਰ ਦੇ ਤੌਰ ਤੇ, ਜੇ ਮੈਂ ਤੁਹਾਨੂੰ ਅੰਦਰ ਤੇ ਦਿਖਾ ਦੇਵਾਂ ਤੁਹਾਨੂੰ ਲੱਗੇਗਾ ਇਹ ਸੀਐਮ ਦਾ ਘਰ ਹੈ। ਮੈਂ ਬਦਲਿਆ ਵੀ ਹੈ ਨਹੀਂ। ਉਹ ਨਾਲ ਦਾ ਬੜਾ ਸੀਐਮ ਦੀ ਕੋਠੀ ਹੈ, ਮੈਂ ਗਿਆ ਹੀ ਨਹੀਂ ਉੱਥੇ। ਮੈਂ ਕਿਹਾ ਮੇਰਾ ਇਹਦੇ ਨਾਲ ਸਰਦਾ, ਇਹਨੇ ਨਾਲ ਕਾਹਦੇ ਵਾਸਤੇ ਉਹ ਕਿਸੇ ਹੋਰ ਨੂੰ ਦੇ ਦਿਓ। ਆਪਣੀ ਆਪਣੀ ਸੋਚ ਹੈ। ਤੁਸੀਂ ਇੱਕ ਇੰਟਰਵਿਊ 'ਚ ਕਿਹਾ ਕਿ ਪਹਿਲਾਂ ਕਹਿੰਦੇ ਸੀ ਇਹਨੇ ਕੀ ਕਰਨਾ, ਹੁਣ ਕਹਿੰਦੇ ਇਹਦਾ ਕੀ ਕਰੀਏ। ਹੁਣ ਕਹਿੰਦੇ ਸੀਐਮ ਚੰਨੀ ਦਾ ਕੀ ਕਰੀਏ। ਮੈਨੂੰ ਕਹੀ ਜਾਂਦੇ ਹੋ ਨਹੀਂ ਕਿ ਜੀ ਬਾਦਲਾਂ ਦੀ ਗੱਲ, ਮੈਂ ਕਹਿੰਦਾ ਬਾਦਲ, ਉਹਨੇ ਅੱਜ ਵੀ ਲਿਖਿਆ ਅਖਬਾਰ ਦੇ ਵਿੱਚ ਕਮਜ਼ੋਰ ਸੀ ਮੈਂ। ਪਹਿਲਾਂ ਇਹ ਕਹਿੰਦੇ ਸੀ ਇਹਨੇ ਕੀ ਕਰਨਾ, ਹੁਣ ਇਹ ਸੋਚਦੇ ਆ ਇਹਦਾ ਕੀ ਕਰੀਏ। ਇਹ ਲੋਕਾਂ ਦਾ ਪਿਆਰ ਹੈ। ਆਜ਼ਾਦ ਮੈਂ ਹੈ ਤਾਂ ਮੈਂ ਖਰੜ ਦਾ ਹੈ। ਚਮਕੌਰ ਸਾਹਿਬ ਜਾ ਕੇ ਇਲੈਕਸ਼ਨ ਲੜਿਆ, ਨਾਨਕੇ ਹੈ ਮੇਰੇ ਉੱਥੇ। ਲੋਕਾਂ ਨੇ ਮੈਨੂੰ ਹੱਥਾਂ ਪਰ ਚੱਕ ਲਿਆ, ਆਜ਼ਾਦ ਹੀ ਜਿਤਾਤਾ ਇਲੈਕਸ਼ਨ। ਇਹ ਚੀਜ਼ ਹੈ, ਇਹ ਚੀਜ਼ ਚਾਹੀਦੀ ਹੈ ਮੈਨੂੰ, ਪਿਆਰ ਚਾਹੀਦਾ ਹੈ। ਮੈਂ ਕੀ ਕਰਨੇ, ਮੇਰੀ ਤਾਂ ਆਹੀ ਕੰਬਲੀ ਹੈ। ਆਪਣੀ ਕੰਬਲੀ ਲੈ ਕੇ ਜਿੱਥੇ ਜਦ ਕਹੋਗੇ ਤੁਰਦਾ ਘਰ ਨੂੰ ਆਪਣੇ ਨੂੰ। ਕੋਈ ਬਹੁਤਾ ਚਾਅ ਨਹੀਂ ਹੈ ਅਹੁਦਿਆਂ ਦਾ, ਚਾਅ ਸਿਰਫ ਇਹੀ ਹੈ। ਹੁਣ ਮੈਂ ਤੁਹਾਡੇ ਨਾਲ ਬੈਠਾ, 12 ਸਵਾ 12 ਹੋ ਗਏ ਹੋਣੇ। ਬਾਹਰ ਟੈਂਟ 'ਚ ਮੈਨੂੰ ਬੰਦੇ ਡੀਕ ਰਹੇ, ਤੁਹਾਡੇ ਦੇ ਬਾਅਦ ਉਹਨਾਂ ਨੂੰ ਮਿਲਣਾ ਹੈ, ਇੱਕ ਇੱਕ ਦੀ ਗੱਲ ਸੁਣਨੀ ਹੈ। ਉਸ ਤੋਂ ਬਾਅਦ ਅੰਦਰ ਬੈਠੇ ਆ ਮਿਲਣੇ ਵਾਲੇ। ਜਿਹੜਾ ਤੁਸੀਂ ਜਿਹੜੇ ਕਹਿੰਦੇ ਇਹਦਾ ਕੀ ਕਰੀਏ, ਉਹ ਵਿਦਨ ਪਾਰਟੀ ਵੀ ਨੇਗੇ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਆਪਾਂ ਆਪਣੀ ਲਾਈਨ ਪਰ ਕੰਮ ਰਹੀਏ। ਆਪਾਂ ਲੋਕਾਂ ਤੇ ਨਾ ਟੁੱਟੀਏ, ਲੋਕਾਂ ਦੇ ਮੁੱਦਿਆਂ ਤੇ ਨਾ ਟੁੱਟੀਏ। ਆਪਾਂ ਮਸਲੇ ਹੱਲ ਕਰੀ ਜਾਈਏ। ਜਿਹੜੇ ਲੋਕ ਕਹਿੰਦੇ ਨਾ ਕਿ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਉਹ ਮਸਲਿਆਂ ਪਰ ਰਹੀਏ। ਜਿਹੜਾ ਕੁਝ ਕਹਿੰਦਾ ਉਹਨੂੰ ਕਹਿ ਲੈਣ ਦਿਓ। ਜਿਹੜਾ ਕੋਈ ਗਲਤ ਸੋਚਦਾ ਉਹਨੂੰ ਗਲਤ ਸੋਚਣ ਦਿਓ। ਮੇਰੇ ਪਰ ਕਿੰਨੀਆਂ ਸਾਜ਼ਿਸ਼ਾਂ ਹੋ ਰਹੀਆਂ। ਕੋਈ ਮੈਨੂੰ ਕਿਸੇ ਚੱਕਰ 'ਚ ਫਸਾਉਣਾ ਚਾਹੁੰਦਾ, ਕੋਈ ਕਿਸੇ ਚੱਕਰ 'ਚ ਫਸਾਉਣਾ ਚਾਹੁੰਦਾ ਹੈ, ਕੋਈ ਮੇਰੇ ਪਰ ਕੋਈ ਐਲੀਗੇਸ਼ਨ ਲਗਾਉਣਾ ਚਾਹੁੰਦਾ ਹੈ। ਲਗਾ ਲਓ ਯਾਰ, ਜਦ ਮੇਰੇ ਪਾਸ ਹੈ ਹੀ ਕੁਝ ਨਹੀਂ, ਆਹੀ ਕੰਬਲੀ ਹੈ, ਤੁਸੀਂ ਤਾਰ ਲਓ। ਜਿਹੜੀ ਤਾਰਨੀ, ਕਿੱਥੇ ਤੇ ਜਾਓਗੇ, ਕਿਆ ਕਰੋਗੇ। ਸਾਫ਼ ਰੱਖਣਾ ਆਪਣੇ ਆਪ ਨੂੰ। ਕੋਸ਼ਿਸ਼ ਇਹੀ ਹੈ ਕਿ ਇਮਾਨਦਾਰੀ, ਨੇਕ ਨੀਤੀ ਔਰ ਸਾਫ਼ ਸੁਥਰਾ ਕੰਮ ਕਰੀਏ ਤੇ ਸਾਫ਼ ਸੁਥਰਾ। ਤੁਸੀਂ ਕਿਹਾ ਤੁਹਾਡੀ ਲੜਾਈ ਤੁਹਾਡੇ ਨਾਲ ਹੀ ਹੈ, ਤੁਹਾਡਾ ਕਲੇਮ ਕੀ ਹੈਗਾ? ਮਤਲਬ ਮੈਂ ਪੁੱਛਾਂ ਕਿ 117 ਚੋਂ ਅਗਲੀ ਵਾਰ ਤੁਸੀਂ ਕਿੰਨੀਆਂ ਸੀਟਾਂ ਦਾ ਕਲੇਮ ਕਰਦੇ ਹੋ ਕਿ ਕਾਂਗਰਸ ਨੂੰ ਆ ਰਹੀਆਂ ਨੇ? ਮੈਂ ਤਾਂ ਸਾਰੀਆਂ ਜਿੱਤਣਾ ਚਾਹੁੰਦਾ। ਪਾਰਟੀ ਜਿੱਤੇਗੀ, ਲੋਕ ਜਿਤਾਣਗੇ। ਮੈਂ ਥੋੜ੍ਹਾ ਜਿਤਾਣਾ, ਪਬਲਿਕ ਨੇ ਜਿਤਾਣਾ। ਲੋਕਾਂ ਨੂੰ ਕੰਮ ਚੰਗੇ ਲੱਗਣਗੇ ਤਾਂ ਪਾਰਟੀ ਨੂੰ ਜਿਤਾਣਗੇ। ਪਾਰਟੀ ਦੇ ਮੈਂ ਨਾਲ ਹੈ, ਪਾਰਟੀ ਵਾਸਤੇ ਕੰਮ ਕਰਾਂਗਾ, ਹਮੇਸ਼ਾ ਪਾਰਟੀ ਵਾਸਤੇ ਕੀਤਾ। ਤੁਸੀਂ ਇਤਿਹਾਸ ਦੀ ਗੱਲ ਵੀ ਕਰਦੇ ਹੋਗੇ, ਇਕਨੋਮੀ ਦੀ ਗੱਲ ਵੀ ਕਰਦੇ ਹੋ, ਲਿਟਰੇਚਰ ਦੀ ਗੱਲ ਵੀ ਕਰਦੇ ਹੋ। ਇੱਕ ਬੰਦੇ ਦੀ ਅਦਬੀ ਸੰਗਤ ਹੁੰਦੀ ਹੈ ਨਾ, ਅਦਬ ਦੇ ਨਾਲ ਜੁੜੇ ਹੋਏ ਲੋਕਾਂ ਦੀ ਸੰਗਤ। ਤੁਹਾਡੀ ਅਦਬੀ ਸੰਗਤ ਕਿਹੜੀ ਹੈਗੀ? ਕਿਹੜੇ ਲੋਕ ਨੇ ਜਿਨ੍ਹਾਂ 'ਚ ਤੁਸੀਂ ਉੱਠਦੇ ਬਹਿੰਦੇ ਹੋ? ਜਿਸ ਦਿਨ ਦੇ ਤੁਸੀਂ ਮੈਨੂੰ ਮਿਲੇ ਹੈ, ਮੈਂ ਤੁਹਾਨੂੰ ਕਿੰਨਾ ਪਿਆਰ ਕਰਨ ਲੱਗ ਗਿਆ। ਕਿਉਂ? ਚੰਗੀ ਸੋਚ ਹੈ ਤੁਹਾਡੀ, ਚੰਗੀ ਹੈ। ਤੁਸੀਂ ਪੜ੍ਹੀ ਲਿਖੀ ਗੱਲ ਕਰਦੇ ਹੋ। ਕਿਸੇ ਨੂੰ ਪਤਾ ਹੀ ਨਹੀਂ ਅੰਬੇਦਕਰ ਬਾਰੇ ਵੀ ਗੱਲ ਕਰਨੀ ਹੈ। ਤੁਸੀਂ ਅੰਬੇਦਕਰ ਦੀ ਵੀ ਗੱਲ ਕਰੀ, ਤੁਸੀਂ ਕਾਂਸ਼ੀ ਰਾਮ ਦੀ ਵੀ ਗੱਲ ਕਰੀ, ਤੁਸੀਂ ਮਕੈਲਵੀ ਦੀ ਕਦੇ ਗੱਲ ਕਰਦੇ ਹੋ, ਕਦੇ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਹੋ, ਪੋਲਿਟਿਕਸ ਦੀ ਗੱਲ ਕਰਦੇ ਹੋ। ਤੁਹਾਡੀ ਸੋਚ ਚੰਗੀ, ਮੈਨੂੰ ਇਦਾਂ ਦੇ ਬੰਦੇ ਚੰਗੇ ਲੱਗਦੇ ਆ। ਜਿਵੇਂ ਮੈਂ ਪੁੱਛਾਂ ਕਿ ਤੁਹਾਡੀ ਸੰਗਤ 'ਚ ਮੈਂ ਬੁੱਢਿਆਂ ਦੇ ਵਿੱਚ ਬੁੱਢਾ ਹੈ, ਨਿਆਣਿਆਂ 'ਚ ਨਿਆਣਾ ਹੈ, ਗਰੀਬਾਂ 'ਚ ਗਰੀਬ ਹੈ, ਤਕੜਿਆਂ ਦੇ ਨਾਲ ਮੈਂ ਜੱਫਾ ਵੀ ਲੈ ਲੈਂਦਾ। ਮੈਂ ਉਹਨਾਂ ਜਿਹੜੇ ਬਹੁਤ ਅਮੀਰ ਬੰਦੇ ਆ, ਦੇਖੋ ਅੱਜ ਕੱਲ੍ਹ ਕਿਆ ਵਹਿਮ ਹੋਇਆ ਵਾ ਕਿ 10 ਕਿੱਲੇ ਵਾਲਾ ਵੀ ਨੂੰ ਕਹਿੰਦੇ ਜੀ ਬਹੁਤ ਅਮੀਰ ਹੈ। ਆਮਦਨ ਕਿਆ ਉਹਦੀ? ਕੁਛ ਵੀ ਨਹੀਂ। ਘਰ ਤਾਂ ਮਸੋ ਚੱਲਦਾ 10 ਕਿੱਲਿਆਂ ਦੇ ਨਾਲ। ਇੱਕ ਅਲੀਟ ਕਲਾਸ ਹੈ, ਜਿਹੜੇ ਕਿ ਰਜਵਾੜਾ ਸ਼ਾਹੀ ਆ, ਉੱਪਰਲੇ ਬੰਦੇ ਆ। ਉਹਨਾਂ ਦਾ ਧਰਮ ਇੱਕ ਹੈ, ਉਹਨਾਂ ਦੀ ਕੋਈ ਜਾਤ ਨਹੀਂ। ਉਹਨਾਂ ਦਾ ਉਹੀ ਧਰਮ ਹੈ, ਉਹੀ ਜਾਤ ਹੈ, ਉਹੀ ਸਭ ਕੁਛ ਹੈ। ਉਹ ਪੈਸੇ ਵਾਲੇ ਬੰਦੇ ਆ। ਉਹਨਾਂ ਦਾ ਧਰਮ ਵੀ ਪੈਸਾ ਹੀ ਹੈ। ਉਹ ਹੈਗੇ ਆ ਜਿਹੜੇ ਉੱਤਰ ਕਾਂਟੋ ਮੇਰੀ ਵਾਰੀ, ਐਤਕੀ ਤੂੰ ਆ ਜਾ, ਅਗਲੀ ਵਾਰੀ ਮੈਂ ਆ ਜਾਊਂਗਾ, ਅਗਲੀ ਵਾਰੀ ਤੂੰ ਆ ਜਾ, ਅਗਲੀ ਵਾਰੀ ਮੈਂ ਆ ਜਾਊਂਗਾ।
ਉਹ ਸਿਸਟਮ ਖਤਮ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਇੱਕ ਸੋਚ ਨਵੀਂ ਆਈ ਹੈ ਕਿ ਯਾਰ ਜੇ ਚਰਨਜੀਤ ਚੰਨੀ ਬਣ ਸਕਦਾ ਹੈ ਉੱਥੇ ਪਿੰਡ ਦੀ ਗਲੀ ਦੇ ਵਿੱਚ ਪੈਦਾ ਹੋ ਕੇ, ਤਾਂ ਸਾਡਾ ਮੁੰਡਾ ਵੀ ਆ ਸਕਦਾ ਕਦੇ ਅੱਗੇ, ਸਾਡੇ ਮੁੰਡੇ ਨੂੰ ਵੀ ਸਹੀ ਕੰਮ ਮਿਲ ਸਕਦਾ। ਇਹ ਸੋਚ ਹੈ ਜਿਹੜੀ ਇਹ ਮੈਂ ਲੋਕਾਂ ਦੀ ਪੱਕੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਆਪ ਰਾਜ ਕਰੋ, ਤੁਸੀਂ ਇਹਨਾਂ ਦੇ ਲੋਕਾਂ ਦੇ ਹੱਥਾਂ 'ਚ ਕਿਉਂ ਸਾਰਾ ਕੁਝ ਦਿੱਤਾ ਹੋਇਆ, ਲੋਕਾਂ ਦਾ ਰਾਜ ਹੋਵੇ। ਇਹ ਮੇਰੀ ਸੋਚ ਹੈ ਤੇ ਇਹੀ ਮੈਂ ਅੱਗੇ ਲੈ ਕੇ ਜਾਣੀ। ਦਾ ਟਾਈਮ ਮਿਲਦਾ ਅੱਜ ਕੱਲ? ਕੋਈ ਕਿਤਾਬ ਲਾਸਟ ਕਿਹੜੀ ਪੜ੍ਹੀ? ਹੁਣ ਆਣਾ ਮੇਰੇ ਪ੍ਰੋਫੈਸਰ ਨੇ, ਤੁਹਾਨੂੰ ਨਾਲ ਬਿਠਾਵਾਂਗਾ। PhD ਜਿਹੜੀ ਮੈਂ ਕਰ ਰਿਹਾ ਤਾਂ ਅਸੀਂ ਘੰਟਾ ਡੇਢ ਘੰਟਾ ਲਗਾਣਾ, ਆਪਾਂ ਇਕੱਠੇ ਲਾ ਲਗਾਤਾਰ ਪੜ੍ਹਦੇ ਰਹੇ ਮਤਲਬ? ਹੁਣ ਮੇਰੀ ਸੋਚ ਇਹ ਹੈ ਕਿ ਆਪਣੇ ਆਪ ਨੂੰ ਕੋਈ ਜ਼ਿਹਨ 'ਚ ਹੈ ਲਾਸਟ ਕਿਤਾਬ ਜਿਹੜੀ ਤੁਸੀਂ ਕੋਈ ਸਬਜੈਕਟ ਤੋਂ ਤੁਸੀਂ ਹੁਣੇ ਅੰਬੇਦਕਰ ਜੀ ਦੀ ਕਿਤਾਬ ਕਹੀ ਹੈ, ਮੇਰੇ ਪਾਸ ਅੰਦਰ ਪਈ ਹੈ, ਮੈਂ ਤੁਹਾਨੂੰ ਦਿਖਾ ਦਿੰਦਾ। ਮੇਰੀ ਗੱਲ ਸੁਣੋ, ਮੈਂ ਪਹਿਲਾਂ BA ਕਰੀ ਸੀ, ਫਿਰ ਮੈਂ ਲਾਅ ਕੀਤਾ। ਜਦ ਮੈਂ ਪਹਿਲੀ ਵਾਰ MLA ਬਣਿਆ ਤਾਂ ਮੈਂ MBA ਕੀਤੀ, ਦੂਸਰੀ ਵਾਰ MLA ਬਣਿਆ ਤਾਂ ਮੈਂ MA ਕੀਤੀ, ਹੁਣ ਮੈਂ PhD ਕਰ ਰਿਹਾ। ਕਿਉਂ? ਕਿਉਂਕਿ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹਿਣਾ ਚਾਹੀਦਾ ਸਾਰੀ ਉਮਰ। ਕਦੇ ਵੀ ਗਿਆਨ ਜਿੰਨਾ ਮਿਲ ਜੇ ਲੈਣਾ ਚਾਹੀਦਾ। ਇਹ ਮੈਂ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹੋ। ਉਮਰ ਕੋਈ ਵੀ ਹੋਵੇ, ਪੜ੍ਹਾਈ ਦਾ ਪੱਲਾ ਨਾ ਛੱਡੋ, ਖੇਡਾਂ ਦਾ ਪੱਲਾ ਨਾ ਛੱਡੋ। ਮੈਂ ਉਹਦੇ ਨਾਲ ਖੇਲਿਆ, ਉੱਥੇ ਹਾਕੀ ਖੇਲਣ ਗਏ ਤਾਂ ਹਾਕੀ ਖੇਲ ਲਿਆ। ਮੈਂ ਹੈਂਡਬਾਲ ਦਾ ਪਲੇਅਰ ਹਾਂ, ਮੈਂ 3 ਵਾਰ ਇੰਟਰਵਰਸਿਟੀ ਖੇਲਿਆ, ਨੈਸ਼ਨਲ ਖੇਡਿਆ, ਗੋਲਕੀਪਰ ਰਿਹਾ ਤੇ ਭੰਗੜਾ ਦੀ ਵੀ ਪਾਉਂਦਾ ਰਿਹਾ, NSS ਦੇ ਕੈਂਪ ਵੀ ਲਗਾਉਂਦਾ ਰਿਹਾ, ਸੋਸ਼ਲ ਵਰਕ ਵੀ ਕਰਦਾ ਰਿਹਾ, ਸਟੇਜਾਂ ਪਰ ਵੀ ਬੋਲਦਾ ਰਿਹਾ। ਬੰਦੇ ਨੂੰ ਹਰ ਕੰਮ ਹਰ ਤਰੀਕੇ ਨਾਲ ਮਹਾਰਤ ਹਾਸਲ ਕਰਨੀ ਚਾਹੀਦੀ ਹੈ, ਲੇਕਿਨ ਆਪਣਾ ਜਿਹੜਾ ਕੰਮ ਹੈ, ਜਿਸ ਤਰ੍ਹਾਂ ਮੇਰਾ ਹੁਣ ਕੰਮ ਕਿਹਾ ਹੈ, ਮੈਂ ਜ਼ਿਆਦਾ ਪੈਸੇ ਪੂਸੇ ਬਾਰੇ ਤਾਂ ਕਦੇ ਸੋਚਦਾ ਹੀ ਨਹੀਂ, ਲੋਕਾਂ ਵਿੱਚ ਘੁੰਮ ਰਿਹਾ, ਲੋਕਾਂ ਦੀ ਸੇਵਾ ਕਰਨਾ ਪਹਿਲੇ ਦਿਨ ਤੇ ਲੱਗਿਆ ਵਾ। ਹੁਣ ਮੈਂ ਇੱਕ ਵੱਡਾ ਕੰਮ ਕਰਨ ਜਾ ਰਿਹਾ, ਵੱਡਾ ਨਹੀਂ ਲੇਕਿਨ ਇੱਕ ਅੱਛਾ ਕੰਮ ਹੈ ਕਿ ਮੈਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕਰਾਏ। ਉਦੋਂ ਤੱਕ ਮੈਂ ਇਲਾਕੇ ਦੀ ਨੁਮਾਇੰਦਗੀ ਕਰਦਾ ਸੀ, ਹੁਣ ਮੈਂ ਪੂਰੇ ਪੰਜਾਬ ਦੇ ਵਿੱਚ ਕੈਂਪ ਲਗਾ ਕੇ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਛੱਡਣਾ ਜਿਹਦੇ ਮੋਤੀਆ ਉਤਰਿਆ ਹੋਇਆ ਔਰ ਉਹਨੂੰ ਅੱਖਾਂ ਤੇ ਘੱਟ ਦਿਖਦਾ। ਪੂਰੇ ਪੰਜਾਬ 'ਚ? ਸਾਰੇ ਪੰਜਾਬ ਦੇ ਵਿੱਚ 1 ਮਹੀਨੇ ਦੇ ਵਿੱਚ ਸਭ ਦੇ ਮੋਤੀਆ ਦੇ ਉਹ ਕਰਾਣੇ ਹੈ, ਜਿਹਦੇ ਹੈਗੇ ਹੈ ਸਭ ਦੀਆਂ ਅੱਖਾਂ ਬਣਾ ਕੇ ਦੇਣੀਆਂ। ਕੋਈ ਬਜ਼ੁਰਗ ਨੂੰ ਐ ਨਾ ਹੋਵੇ ਕਿ ਮੈਂ ਅੱਖ ਤੇ ਔਖਾ ਹੈ ਔਰ ਮੇਰੇ ਘਰ ਦੇ ਕਰਵਾ ਨਹੀਂ ਪਾ ਰਹੇ। ਸਭ ਦੇ ਵਧੀਆ ਲੈਂਸ ਪਾ ਕੇ ਤਿਆਰ ਹੋ ਜਾਓ, ਬਜ਼ੁਰਗਾਂ ਨੂੰ ਕਹਿ ਰਿਹਾ। ਤੇ ਅਗਲੇ ਹਫਤੇ ਤੋਂ ਅਸੀਂ ਕੈਂਪ ਲਗਾਉਣੇ ਸ਼ੁਰੂ ਕਰਨੇ। ਤੁਹਾਡਾ ਆਈਕਨ ਕੌਣ ਹੈਗਾ ਜਿਹਨੂੰ ਤੁਸੀਂ ਮੰਨਦੇ ਹੋ ਕਿ ਇੰਸਪਾਇਰ ਹੁੰਦੇ ਹੋ, ਜਿਹੜੀ ਤੁਹਾਡੀ એનર્ਜੀ ਦਾ ਸੋਰਸ ਹੈ? ਤੁਸੀਂ ਵੀ ਹੋ। ਮੈਨੂੰ ਜਿਹੜਾ ਬੰਦਾ ਚੰਗਾ ਲੱਗਦਾ ਉਹੀ ਮੇਰਾ ਆਈਕਨ ਹੈ। ਮੈਂ ਉਹਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰਦਾ, ਮਾੜੀਆਂ ਨਹੀਂ ਕਰਦਾ। ਤੁਹਾਡੇ 'ਚ ਬੜੀਆਂ ਚੰਗੀਆਂ ਗੱਲਾਂ ਹੈ। ਤੁਸੀਂ ਹੁਣ ਮੈਨੂੰ ਜ਼ਬਰਦਸਤੀ ਬਿਠਾ ਲਿਆ ਇੱਥੇ, ਮੈਨੂੰ ਚੰਗਾ ਲੱਗਿਆ। ਹਾਲਾਂਕਿ ਪੱਤਰਕਾਰ ਮੈਂ ਬਾਹਰ ਵੀ ਮਿਲਣਾ ਸੀ ਲੋਕਾਂ ਨੂੰ, ਤੁਸੀਂ ਚੰਗੇ ਬੰਦੇ ਹੋ ਤਾਂ ਮੈਂ ਤੁਹਾਡੇ ਨਾਲ ਇੰਨੀਆਂ ਗੱਲਾਂ ਮਾਰ ਰਹੀਆਂ। ਮੈਨੂੰ ਜਿਹੜਾ ਬੰਦਾ ਮਿਲਦਾ ਹੈ ਉਹਦੇ ਤੋਂ ਮੈਂ ਕੋਈ ਨਾ ਕੋਈ ਚੰਗੀ ਗੱਲ ਲੈਣੀ ਚਾਹੁੰਦਾ ਤੇ ਉਸ ਦੀਆਂ ਮਾੜੀਆਂ ਗੱਲਾਂ ਨੂੰ ਮੈਂ ਕਦੇ ਫਿਲਮ ਦੇਖਦੇ ਹੋ ਕਦੇ ਟਾਈਮ ਕੱਢ ਕੇ? ਕਦੇ ਮੈਂ ਸਾਰੀਆਂ ਪੰਜਾਬੀ ਫਿਲਮਾਂ ਦੇਖੀਆਂ ਹੋਈਆਂ। ਜਿਵੇਂ ਲਾਸਟ ਕਿਹੜੀ ਦੇਖੀ? ਸਾਰੀਆਂ ਹਿੰਦੀ ਫਿਲਮਾਂ ਦੇਖੀਆਂ ਹੋਈਆਂ। 2-3 ਹਜ਼ਾਰ ਮੈਨੂੰ ਪੰਜਾਬੀ ਗਾਣਾ ਯਾਦ ਹੈ। ਮੁਹੰਮਦ ਸਦੀਕ ਭੁੱਲ ਸਕਦਾ ਸਟੇਜ ਪਰ, ਤੇ ਮੈਂ ਨਹੀਂ ਉਹਦਾ ਗਾਣਾ ਭੁੱਲਦਾ, ਉਹਨੂੰ ਯਾਦ ਕਰਾ ਦੇਣਾ ਵੀ ਅੱਗੇ ਬੋਲ ਇਹ ਹੈ। ਮੇਰਾ ਲਿਟਰੇਚਰ ਦੇ ਵਿੱਚ ਬਹੁਤ ਉਹ ਹੈ, ਮੇਰਾ ਕਲਚਰ ਦੇ ਵਿੱਚ ਉਹ ਹੈ। ਮਾਨਕ ਦੇ ਸਾਰੇ ਗੀਤ ਮੈਨੂੰ ਯਾਦ ਹੈ। ਸਦੀਕ ਦਾ ਜਿਹੜਾ ਮਰਜ਼ੀ ਗਾਣਾ ਬੋਲੋ, ਮੈਂ ਤੁਹਾਨੂੰ ਅਗਲਾ ਬੋਲ ਦੱਸ ਦਿੰਦਾ। ਸ਼ੌਕ ਹੈ ਹਰ ਚੀਜ਼ ਦਾ, ਸ਼ਾਇਰੀ ਦਾ ਮੈਨੂੰ ਸ਼ੌਕ ਹੈ। ਸ਼ੌਕ ਰੱਖਣੇ ਚੰਗੀ ਗੱਲ ਹੈ। ਮਿਊਜ਼ਿਕ ਦੇ ਨਾਲ ਵੀ ਪਿਆਰ ਹੋਣਾ ਚਾਹੀਦਾ, ਨੱਚਣਾ ਵੀ ਆਉਣਾ ਚਾਹੀਦਾ। ਜਿੱਥੇ ਲੋੜ ਪਵੇ ਤਾਂ ਉੱਥੇ ਚੰਗੀ ਗੱਲ ਕਰਨ ਦੀ ਵੀ ਤੁਹਾਨੂੰ ਸੂਝ-ਬੂਝ ਚਾਹੀਦੀ ਹੈ। ਇਹ ਪਰਮਾਤਮਾ ਕਰੇ ਸਾਡੇ ਸਾਰੇ ਨੌਜਵਾਨਾਂ 'ਚ ਅਸੀਂ ਕਰਨਾ ਚਾਹੁੰਦੇ ਹਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹੋਏਗਾ। ਚੰਗੀ ਐਜੂਕੇਸ਼ਨ ਤੇ ਮੈਂ ਪੂਰਾ ਜ਼ੋਰ ਦੇਣਾ ਹੈ, ਚੰਗੀ ਹੈਲਥ ਤੇ ਮੈਂ ਬਹੁਤ ਜ਼ੋਰ ਦੇਣਾ ਹੈ ਕਿ ਸਾਡੇ ਹਸਪਤਾਲ ਚੰਗੇ ਹੋਣ, ਹਸਪਤਾਲਾਂ 'ਚ ਜਾਣ ਦੀ ਲੋੜ ਨਾ ਪਵੇ, ਉਹ ਹੈਲਥ ਬਣਾਉਣੀ ਹੈ। ਸਾਡੀ ਖੁਰਾਕ ਚੰਗੀ ਹੋਵੇ। ਆ ਦੁੱਧ ਜਿਹੜਾ ਮਾੜਾ ਵਿਕ ਰਿਹਾ ਇਹ ਮਿਟਾਣੇ ਆ ਹੁਣ, ਜਿਹੜੇ ਨਕਲੀ ਦੁੱਧ ਬਣਾਉਂਦੇ ਆ। ਇਹ ਤੁਸੀਂ ਦੇਖੀ ਜਾਓ ਕਿਆ ਕਿਆ ਹੁੰਦਾ। ਕਹਿੰਦਾ ਦੇਖੀ ਜਾ ਰੰਗੀਲਿਆ ਰੰਗ ਕਰਤਾਰ ਦੇ, ਪਰਮਾਤਮਾ ਕਰਾ ਰਿਹਾ ਸਾਰਾ ਕੁਝ ਔਰ ਚੰਗਾ ਕਰਾਏਗਾ। 5-7 ਨਾਂ ਲੈਣੇ, ਬਸ ਇੱਕ ਟਿੱਪਣੀ ਕਰ ਦਿਓ। ਪ੍ਰਧਾਨ ਮੰਤਰੀ ਮੋਦੀ ਬਾਰੇ ਕੀ ਸੋਚਦੇ ਹੋ? ਮੇਰੇ ਕਿਸਾਨਾਂ ਨੂੰ ਮਾਰਿਆ ਪਿਆ, ਤੁਸੀਂ ਕਹਿੰਦੇ ਹੋ ਕਿਆ ਸੋਚਦੇ ਹੋ? ਮੈਂ ਦੂਜਾ ਨਾਂ ਲੈਣਾ ਬਸ ਜੀ। ਚੰਗੇ ਬੰਦੇ ਹੋਣਗੇ, ਚੰਗੀ ਸੋਚ ਹੋਏਗੀ ਤਾਂ ਹੀ ਉਹਨਾਂ ਨੇ ਇੰਨੀ ਦੇਰ ਰਾਜ ਕੀਤਾ। ਲੇਕਿਨ
ਜਿਹੜੀ ਹੇਟਡ ਦੀ ਪੋਲਿਟਿਕਸ ਹੈ ਇਹ ਨਹੀਂ ਹੋਣੀ ਚਾਹੀਦੀ। ਕੈਪਟਨ ਮੈਂ ਕਹਿ ਰਿਹਾ ਜੀ ਸਾਰੇ ਹੀ ਬੰਦੇ ਚੰਗੇ ਹੈ, ਕੋਈ ਮਾੜਾ ਨਹੀਂ ਹੁੰਦਾ, ਹਰ ਕਿਸੇ ਦੇ ਵਿੱਚ ਕੁਝ ਚੰਗੀਆਂ ਗੱਲਾਂ ਵੀ ਹੁੰਦੀਆਂ, ਕੁਝ ਮਾੜੀਆਂ ਵੀ ਹੁੰਦੀਆਂ। ਕੈਪਟਨ ਸਾਹਿਬ ਦੇ ਵਿੱਚ ਕਿੰਨੀਆਂ ਚੰਗੀਆਂ ਗੱਲਾਂ ਹੋਣਗੀਆਂ, ਅਸੀਂ ਵੀ ਉਹਨਾਂ ਦੇ ਮਗਰ ਲੱਗੇ ਹੋਏ ਸੀ, ਪੰਜਾਬ ਵੀ ਉਹਨਾਂ ਦੇ ਮਗਰ ਲੱਗਿਆ ਹੋਇਆ ਸੀ, ਲੇਕਿਨ ਜਦ ਕੋਈ ਬੰਦਾ ਆਪਣੇ ਰਾਹ ਤੋਂ ਭਟਕ ਜਾਂਦਾ ਹੈ ਫਿਰ ਨੁਕਸਾਨ ਹੁੰਦਾ। ਕੇਜਰੀਵਾਲ 'ਚ ਵੀ ਚੰਗੇ ਗੁਣ ਹੋਣਗੇ, IAS ਬਣਿਆ ਸੀ, ਲੇਕਿਨ ਡਰਾਮੇਬਾਜ਼ੀ ਨਹੀਂ ਨਾ ਹੋਣੀ ਚਾਹੀਦੀ, ਅਸਲੀਅਤ ਹੀ ਰਹਿਣੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਅੱਛਾ ਲੀਡਰ ਹੈ, ਉਹਨੇ ਵੀ ਬਥੇਰੇ ਸੰਘਰਸ਼ ਕੀਤੇ ਹੈ, ਲੇਕਿਨ ਪੁੱਤਰ ਮੋਹ 'ਚ ਮਾਰਿਆ ਗਿਆ। ਪਰਮਾਤਮਾ ਕਰੇ ਮੈਂ ਠੀਕ ਰਹਾਂ ਆਪਣੇ ਵੱਲ। ਨਵਜੋਤ ਸਿੰਘ ਸਿੱਧੂ ਕਿੱਡਾ ਬੜਾ ਕ੍ਰਿਕਟਰ ਹੈ, ਪੰਜਾਬ ਨੂੰ, ਹਿੰਦੁਸਤਾਨ ਨੂੰ ਨਾਮ ਕਮਾਇਆ ਹੈ, ਛਿੱਕੇ ਪਰ ਛਿੱਕੇ ਮਾਰੇ ਹੈ। ਹਰ ਕਿਸੇ ਦੇ ਵਿੱਚ ਅੱਛੇ ਗੁਣ ਵੀ ਹੁੰਦੇ। ਰਾਹੁਲ ਗਾਂਧੀ ਦੀ ਕੋਈ ਰੀਸ ਹੀ ਨਹੀਂ ਹੈ। ਰਾਹੁਲ ਗਾਂਧੀ ਕ੍ਰਾਂਤੀਕਾਰੀ ਨੇਤਾ ਹੈ, ਜਿਹਨੂੰ ਤੁਸੀਂ ਅੱਜ ਕ੍ਰਾਂਤੀ ਕਹਿ ਰਹੇ ਹੋ, ਯੁੱਗ ਪਰਿਵਰਤਨ ਕਹਿ ਰਹੇ ਹੋ ਕਿ ਮੈਨੂੰ ਮੁੱਖ ਮੰਤਰੀ ਬਣਾਤਾ। ਗਰੀਬਾਂ, ਮਿਡਲ ਕਲਾਸ ਦੇ ਲੋਕਾਂ ਦਾ, ਗਰੀਬ ਕਿਸਾਨ ਦਾ, ਦੁਕਾਨਦਾਰ ਦਾ ਰਾਜ ਆ ਗਿਆ।